जो बोले सो निर्भय। भगवान वाल्मीकि महाराज की जय। प्रभु वाल्मीकि जी मेरे स्वामी, मेरे सतगुरु मेरे स्वामी। मेरी अर्जी मेरे मालिक ताई, मेरी अर्जी मेरे मालिक ताई। मैनू रख लई सेवादार, मेरी अर्जी मेरे मालिक ताई। मैनू रख लई सेवादार। नज़रां दे विच रख लई मैनू, मेरी अर्ज सच्ची सरकार। नज़रां दे विच रख लई मैनू, मेरी अर्ज सच्ची सरकार। मेरी अर्जी मेरे मालिक ताई, मैनू रख लई सेवादार। मेरे विच गुण एक भी नाही, तेरा अवगुण परया दास। मेरे विच गुण एक भी नाही, तेरा अवगुण परया दास। हाथ बन के है बिनती मेरी, मैनू रख चरना दे नाल। मेरी अर्जी मेरे मालिक ताई, मेरी अर्जी मेरे मालिक ताई। मैनू रख लई सेवादार। सेवा विखे सिर्फ सतगुरु लिखिया, बाकी खाने खाली। सेवा विखे सिर्फ सतगुरु लिखिया, बाकी खाने खाली। आखिर दे विच नाम नहीं लिखिया, बस जान ली जाननहार। मेरी अर्जी मेरे मालिक ताई, मेरी अर्जी मेरे मालिक ताई। मैनू रख लई सेवादार। सेवा बदले सिद्धू ए होई मंगदा, बस तूड़ मिले तेरे दर दी। आंदा जांदा कदे दे दे
दई दर्शन मैनू बख्श देवी बख्शणहार आंदा जांदा कदे दे दई दर्शन मैनू बख्श देवी बख्शणहार मेरी अर्जी मेरे मालिक ताई मेरी अर्जी मेरे मालिक ताई मैनू रख लई सेवादार नजरां दे विच रख लई मैनू मेरी अर्ज सच्ची सरकार। जो बोले सो निर्भय। भगवान वाल्मीकि महाराज की जय। हरी साध संगत जी, भगवान वाल्मीकि जी की जय। जय गुरुदेव, धन गुरुदेव। पिछले हफ्ते ही 31 तरीक ਨੂੰ ਭਗਵਾਨ ਵਾਲਮੀਕ ਜੀ ਦਾ ਗੁਰਪੁਰਬ ਲੰਘ ਕੇ ਗਿਆ। ਇਸ ਦਿਨ ਨੂੰ ਆਪਾਂ ਗੁਰਪੁਰਬ ਆਖ ਲਈਏ, ਪ੍ਰਕਾਸ਼ ਦੇ ਵਿਸਾਖ ਲਈਏ, ਪ੍ਰਗਟ ਦੇ ਵਿਸਾਖ ਲਈਏ ਜਾਂ ਫਿਰ ਜਨਮ ਦਿਵਸ ਆਖ ਲਈਏ। ਇੱਕੋ ਹੀ ਸ਼ਬਦ ਦੇ ਵੱਖਰੇ ਵੱਖਰੇ ਰੂਪ ਆਖੇ ਜਾ ਸਕਦੇ। ਸਵਾਲ ਇਸ ਚੀਜ਼ ਦਾ ਹੈ ਕਿ ਜਿਨ੍ਹਾਂ ਦਾ ਆਪਾਂ ਗੁਰਪੁਰਬ ਮਨਾ ਰਹੇ ਹਾਂ ਉਹਨਾਂ ਦੀ ਸਿੱਖਿਆ ਨੂੰ ਆਪਾਂ ਕਿੰਨਾ ਕੁ ਮੰਨਣ ਵਿੱਚ ਲੈ ਕੇ ਆਉਂਦਾ। ਸਾਡੀ ਹਾਲਤ ਤਾਂ ਇਸ ਤਰ੍ਹਾਂ ਦੀ ਹੈ ਕਿ ਸਾਲ ਵਿੱਚ ਇੱਕ ਦਿਨ ਗੁਰੂ ਘਰਾਂ ਵਿੱਚ ਜਾਂ ਫਿਰ ਮੀਡੀਆ ਉੱਪਰ ਆਏ, ਗੱਲਬਾਤ ਕੀਤੀ ਤੇ ਘਰਾਂ ਨੂੰ ਚਲੇ ਗਏ। ਬਾਕੀ ਸਾਰਾ ਸਾਲ ਘਰ ਹੀ ਬੈਠੇ ਰਹੇ। ਮੈਨੂੰ ਇੱਕ ਗੱਲ ਯਾਦ ਆ ਗਈ। ਦੱਸਦੇ ਹਨ ਕਿ ਕੁੰਭਕਰਨ ਰਾਵਣ ਦਾ ਭਰਾ ਸੀ। ਇੱਕ ਮਿੱਥ ਹੈ ਕਿ ਇਹ 6 ਮਹੀਨੇ ਸੁੱਤਾ ਹੀ ਰਹਿੰਦਾ ਸੀ। ਜਦੋਂ ਕਦੇ ਲੋੜ ਪੈਂਦੀ ਸੀ ਤਾਂ ਫਿਰ ਉੱਚੀ ਆਵਾਜ਼ ਵਿੱਚ ਢੋਲ ਇਸ ਦੇ ਕੰਨਾਂ ਕੋਲ ਖੜਕਾਇਆ ਜਾਂਦਾ ਸੀ ਤਾਂ ਕਿਤੇ ਆਪਣੀ ਨੀਂਦ ਵਿੱਚੋਂ ਬਾਹਰ ਆਉਂਦਾ ਸੀ। ਧੰਨ ਹੈ ਉਹ ਕੁੰਭਕਰਨ। ਗੁਰਮੁਖ ਪਿਆਰਿਓ, ਉਹ 6 ਮਹੀਨੇ ਬਾਅਦ ਜਾਗ ਤਾਂ ਪਿਆ, ਅਸੀਂ ਤਾਂ ਸਾਲ ਬਾਅਦ ਵੀ ਨਹੀਂ ਜਾਗਦੇ। ਕਾਂਸ਼ੀ ਟੈਲੀਵਿਜ਼ਨ ਦੇ ਮੀਡੀਆ ਰਾਹੀਂ ਕਾਫੀ ਲੰਮੇ ਸਮੇਂ ਤੋਂ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਅਤੇ ਇਹ ਕੋਸ਼ਿਸ਼ ਲਗਾਤਾਰ ਜਾਰੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਮੀਡੀਆ ਦਾ ਯੁੱਗ ਹੈ। YouTube, Facebook ਉੱਪਰ ਇੱਕ ਦਿਨ ਵਿੱਚ ਪਤਾ ਨਹੀਂ ਕਿੰਨੇ ਮੈਸੇਜ ਸਨ ਕਿ ਰਿਸ਼ੀ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੀ ਲੱਖ ਲੱਖ ਵਧਾਈ, ਜਾਂ ਫਿਰ ਕਿਸੇ ਨੇ ਇੱਥੋਂ ਤੱਕ ਲਿਖ ਦਿੱਤਾ ਕਿ ਮਹਾਰਿਸ਼ੀ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੀ ਲੱਖ ਲੱਖ ਵਧਾਈ। ਕੁਝ ਲਿਖਤਾਂ ਇਹ ਵੀ ਮਿਲੀਆਂ ਕਿ ਮਹਾਰਿਸ਼ੀ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੀ ਲੱਖ ਲੱਖ ਵਧਾਈ। ਮੈਨੂੰ ਇਹ ਕਹਿਣ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ ਕਿ ਇਸ ਮੀਡੀਆ ਉੱਪਰ ਵੀ ਇੱਕ ਦੋ ਸਪੀਕਰ ਨੇ ਮਹਾਰਿਸ਼ੀ ਭਗਵਾਨ ਵਾਲਮੀਕ ਜੀ ਹੀ ਆਖਿਆ। ਹੋਇਆ ਕਿ ਕੁੰਭਕਰਨ ਵਾਂਗ 6 ਮਹੀਨੇ ਸੁੱਤੇ ਹੀ ਰਹੇ। ਪ੍ਰਗਟ ਦਿਵਸ ਆ ਗਿਆ, ਸੰਗਤ ਨਾਲ ਜਾਣ ਪਹਿਚਾਣ ਕਰਾਉਣ ਲਈ ਜਾਂ ਫਿਰ ਆਪਣੇ ਆਪ ਦੀ ਜਾਣ ਪਹਿਚਾਣ ਕਰਾਉਣ ਲਈ ਮੀਡੀਆ ਉੱਪਰ ਆ ਗਏ। ਮੈਂ ਬੇਨਤੀ ਕਰਾਂ, ਇਸੇ ਤਰ੍ਹਾਂ ਹੀ ਕੁਝ ਸੂਝਵਾਨ
ਜਗਿਆਸੂਆਂ ਦੇ ਕਮੈਂਟ ਵੀ ਆਏ ਕਿ ਉਹ ਇਹ ਜਾਣਨਾ ਚਾਹਣਗੇ ਕਿ ਕੀ ਭਗਵਾਨ ਵਾਲਮੀਕ ਜੀ ਰਿਸ਼ੀ ਸਨ, ਕੀ ਭਗਵਾਨ ਵਾਲਮੀਕ ਜੀ ਮਹਾਰਿਸ਼ੀ ਸਨ, ਜਾਂ ਫਿਰ ਜਿਸ ਤਰ੍ਹਾਂ ਕਈਆਂ ਨੇ ਮਹਾਰਿਸ਼ੀ ਭਗਵਾਨ ਵਾਲਮੀਕ ਜੀ ਵੀ ਆਖਿਆ। ਇਸ ਟੌਪਿਕ ਤੇ ਵਿਚਾਰਾਂ ਦੀ ਸਾਂਝ ਪਾਉਣ ਲਈ ਮੇਰੇ ਨਾਲ ਅੱਜ ਦੇ ਇਸ ਪ੍ਰੋਗਰਾਮ ਵਿੱਚ ਭਾਈ ਸਾਹਿਬ ਭਾਈ ਉਮਰ ਕਲਿਆਣ ਜੀ, ਇਹਨਾਂ ਪਾਸੋਂ ਆਪਾਂ ਇੱਕ ਸ਼ਬਦ ਸਰਵਣ ਕਰਾਂਗੇ ਅਤੇ ਇਹਨਾਂ ਦਾ ਸਾਥ ਦੇਣਗੇ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਸਹੋਤਾ। ਭਾਈ ਸਾਹਿਬ ਜੀ, ਭਗਵਾਨ ਵਾਲਮੀਕ ਜੀ ਕੀ ਜੈ। ਗੁਰਮੁਖ ਪਿਆਰਿਓ, ਕੁਝ ਹਫ਼ਤੇ ਪਹਿਲਾਂ ਸਤਸੰਗ ਵਿੱਚ ਆਪਾਂ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਈ ਕਿ ਭਗਵਾਨ ਵਾਲਮੀਕ ਜੀ ਨਾ ਤਾਂ ਰਿਸ਼ੀ ਸਨ ਨਾ ਮਹਾਰਿਸ਼ੀ, ਅਤੇ ਉਹਨਾਂ ਨੂੰ ਕਵੀ ਕਹਿਣ ਵਾਲਿਆਂ ਨੇ ਵੀ ਉਹਨਾਂ ਦੀ ਬਾਣੀ ਨੂੰ ਜ਼ਿਆਦਾ ਨੇੜਿਓਂ ਹੋ ਕੇ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ। ਬਾਣੀ ਦੀ ਕਸਵੱਟੀ ਅਨੁਸਾਰ ਆਪਾਂ ਆਖ ਸਕਦੇ ਹਾਂ ਕਿ ਜਿਸ ਤਰ੍ਹਾਂ ਗੁਰੂ ਘਰ ਨੇ ਇੱਕ ਜਗ੍ਹਾ ਤੇ ਫਰਮਾਇਆ, ਆਪ ਨਾਰਾਇਣ ਕਲਾਤਾਰ ਜਗ ਮੇ ਪਰਵਰਿਓ। ਨਾਰਾਇਣ ਤੋਂ ਭਾਵ ਪਰਮਾਤਮਾ, ਕਲਾਤਾਰ ਤੋਂ ਭਾਵ ਹੈ ਪਰਮਾਤਮਾ ਹੀ ਸਾਡੇ ਵਰਗਾ ਸਰੀਰ ਲੈ ਕੇ ਇਸ ਸੰਸਾਰ ਦੇ ਅੰਦਰ ਆਇਆ। ਇਸੇ ਤਰ੍ਹਾਂ ਹੀ ਅਸੀਂ ਆਖ ਸਕਦੇ ਹਾਂ ਕਿ ਭਗਵਾਨ ਵਾਲਮੀਕ ਜੀ ਤ੍ਰੇਤਾ ਯੁੱਗ ਵਿੱਚ ਇਨਸਾਨ ਦਾ ਸਰੀਰ ਲੈ ਕੇ ਇਸ ਸੰਸਾਰ ਦੇ ਅੰਦਰ ਆਇਆ। ਗੁਰਬਾਣੀ ਦੀ ਕਸਵੱਟੀ ਅਨੁਸਾਰ ਉਹ ਪਰਮਾਤਮਾ ਹੀ ਤ੍ਰੇਤਾ ਯੁੱਗ ਵਿੱਚ ਸਾਡੇ ਲੈਵਲ ਤੇ ਆਇਆ ਅਤੇ ਸੱਚ ਦਾ ਸੁਨੇਹਾ ਸਮੁੱਚੀ ਮਾਨਵਤਾ ਦੀ ਝੋਲੀ ਵਿੱਚ ਪਾਇਆ। ਸੌਖੇ ਲਫ਼ਜ਼ਾਂ ਵਿੱਚ ਆਪਾਂ ਆਖ ਸਕਦੇ ਹਾਂ ਕਿ ਉਸ ਮਾਲਕ ਨਾਲ ਮਿਲਣ ਦਾ ਜੋ ਕਾਨੂੰਨ ਹੈ, ਜੋ ਵਿਧਾਨ ਹੈ, ਜੋ ਪ੍ਰਿੰਸੀਪਲ ਹੈ, ਉਹ ਹਰੇਕ ਧਰਮ ਦੀ ਤਹਿ ਥੱਲੇ ਇੱਕ ਹੀ ਆਖਿਆ ਜਾ ਸਕਦਾ। ਮਾਲਕ ਦੇ ਪਿਆਰਿਆਂ ਨੇ ਇੱਥੇ ਆ ਕੇ ਸਮੇਂ-ਸਮੇਂ ਤੇ ਆਪਾਂ ਨੂੰ ਯਾਦ ਕਰਾਇਆ ਕਿ ਰੇਤ ਨੂੰ ਪੀੜਨ ਨਾਲ ਤੇਲ ਨਹੀਂ ਨਿਕਲਦਾ, ਜਾਂ ਫਿਰ ਪਾਣੀ ਨੂੰ ਰਿੜਕਣ ਨਾਲ ਮੱਖਣ ਦੀ ਪ੍ਰਾਪਤੀ ਨਹੀਂ ਹੋ ਸਕਦੀ। ਤੇਲ ਪ੍ਰਾਪਤ ਕਰਨ ਲਈ ਤਿਲਾਂ ਨੂੰ ਪੀੜਨਾ ਪਵੇਗਾ। ਰੇਤ ਨੂੰ ਪੀੜਨ ਤੋਂ ਕੀ ਭਾਵ? ਆਪਾਂ ਆਖ ਸਕਦੇ ਹਾਂ ਕਿ ਸੰਸਾਰ ਤੋਂ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਤਾਂ ਹੋ ਸਕਦੀ, ਪਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਪਰਮਾਤਮਾ ਦੀ ਪ੍ਰਾਪਤੀ ਲਈ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਅੰਦਰ ਫਰਮਾਇਆ, ਜੋ ਕਿ ਉਹਨਾਂ ਦੇ ਮਹਾਨ ਗ੍ਰੰਥ ਸ਼੍ਰੀ ਯੋਗ ਵਿਸ਼ਿਸ਼ਟ ਮਹਾਰਾਮਾਇਣ ਦੇ ਅੰਦਰ ਨਿਰਵਾਣ ਪ੍ਰਕਰਨ ਸਰਗ 258 ਵਿੱਚ ਦਰਜ ਹੈ। ਭਗਵਾਨ ਵਾਲਮੀਕ ਜੀ ਦੱਸਦੇ ਹਨ ਕਿ ਪਰਮਾਤਮਾ ਦੇ ਘਰ ਦਾ ਗਿਆਨ ਬਾਣੀ ਉੱਪਰ ਵਿਚਾਰ ਕਰਨ ਨਾਲ ਪ੍ਰਾਪਤ ਹੁੰਦਾ ਹੈ। ਤੀਰਥਾਂ ਉੱਪਰ ਜਾ ਕੇ ਇਸ਼ਨਾਨ ਕਰਨ ਨਾਲ, ਤਪ ਭਾਵ ਧੂਏ ਤਪਾ ਕੇ ਬੈਠਣ ਨਾਲ, ਜਾਂ ਫਿਰ ਦਾਨ ਕਰਨ ਨਾਲ ਪ੍ਰਾਪਤ ਨਹੀਂ ਹੁੰਦਾ। ਇਹ ਕਰਮ ਕਰਨ ਨਾਲ ਸਵਰਗ ਪ੍ਰਾਪਤ ਹੋ ਸਕਦਾ, ਪਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਗਿਆਨ ਦੀ ਗੱਲ ਕਰਦਿਆਂ ਮੈਨੂੰ ਇਹ ਗੱਲ ਕਹਿਣ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ ਕਿ ਜਨਮ ਤੋਂ ਅੰਧੇ ਮਨੁੱਖ ਨੂੰ ਚਾਨਣ ਭਾਵ ਰੋਸ਼ਨੀ ਦਾ ਕੋਈ ਵੀ ਗਿਆਨ ਨਹੀਂ ਹੁੰਦਾ। ਉਸ ਨੂੰ ਕਿਤਨਾ ਵੀ ਆਖੀਏ ਕਿ ਬੜੀ ਰੋਸ਼ਨੀ ਹੈ, ਬੜਾ ਚਾਨਣ ਹੈ, ਪਰ ਜਨਮ ਤੋਂ ਨਹੀਂ ਜਾਣਦਾ। ਉਸ ਨੂੰ ਕਿਸ ਤਰ੍ਹਾਂ ਸਮਝਾਇਆ ਜਾਵੇ? ਜੇਕਰ ਆਪਾਂ
ਉਸ ਦੀਆਂ ਅੱਖਾਂ ਦਾ ਸਹੀ ਢੰਗ ਨਾਲ ਇਲਾਜ ਕਰਵਾ ਦਈਏ, ਜਦ ਉਹ ਦੇਖਣ ਵਿੱਚ ਸਮਰੱਥ ਹੋ ਜਾਵੇ ਤਾਂ ਫਿਰ ਉਹ ਵੀ ਕਹਿ ਉੱਠੇਗਾ ਕਿ ਚਾਨਣਾ ਹੈ, ਭਾਵ ਰੋਸ਼ਨੀ ਹੈ। ਗੁਰੂ ਘਰ ਨੇ ਇੱਕ ਜਗ੍ਹਾ ਤੇ ਫਰਮਾਇਆ, ਅੰਧਾ ਚਾਨਣ ਰੱਖੀਏ, ਦੀਵੇ ਬਲੇ 50। ਗੁਰੂ ਸਾਹਿਬ ਦੱਸਦੇ ਹਨ ਕਿ 50 ਜਲਦੇ ਹੋਏ ਚਿਰਾਗ ਸਾਹਮਣੇ ਹਨ। ਜੇਕਰ ਮਨੁੱਖ ਅੰਧਾ ਹੈ ਤਾਂ 50 ਦੀਵੇ ਸਮਝੋ ਬੇਅਰਥ ਹੋ ਗਏ। ਉਸ ਰੋਸ਼ਨੀ ਨੂੰ, ਉਸ ਚਾਨਣ ਨੂੰ ਦੇਣ ਲਈ ਭਗਵਾਨ ਵਾਲਮੀਕ ਜੀ ਤ੍ਰੇਤਾ ਯੁੱਗ ਵਿੱਚ ਇਸ ਸੰਸਾਰ ਦੇ ਅੰਦਰ ਆਏ ਅਤੇ ਉਹਨਾਂ ਨੇ ਬਾਣੀ ਨੂੰ ਪ੍ਰਕਾਸ਼ ਰੂਪ ਆਖਿਆ। ਦੂਸਰੀ ਗੱਲ ਜੋ ਹੁਣ ਤੱਕ ਆਪਾਂ ਸੰਗਤ ਨਾਲ ਸਾਂਝੀ ਕਰ ਚੁੱਕੇ ਹਾਂ ਕਿ ਭਗਵਾਨ ਵਾਲਮੀਕ ਜੀ ਵੇਦਾਂ ਦਾ ਹਿੱਸਾ ਨਹੀਂ ਹੈ, ਭਾਵ ਵੇਦਾਂਤ ਸ਼ਾਸਤਰ ਦਾ ਭਾਗ ਨਹੀਂ ਹੈ। ਵੇਦ 3 ਗੁਣਾਂ ਦੀ ਗੱਲ ਕਰਦੇ ਹਨ, ਰਜੋਗੁਣ, ਤਮੋਗੁਣ, ਸਤੋਗੁਣ। ਵੇਦਾਂ ਅਨੁਸਾਰ ਬ੍ਰਹਮ ਤੋਂ ਉੱਪਰ ਕੋਈ ਚੀਜ਼ ਹੈ ਹੀ ਨਹੀਂ। ਵੇਦਾਂ ਅਨੁਸਾਰ ਬ੍ਰਹਮਾ ਹੀ ਬ੍ਰਹਮ ਹੈ। ਲੇਕਿਨ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਅੰਦਰ ਸੱਚਖੰਡ ਦੀ ਗੱਲ ਕੀਤੀ, ਬੇਗਮਪੁਰੇ ਦੀ ਗੱਲ ਕੀਤੀ। ਬਾਹਰੀ ਕਰਮਕਾਂਡ ਲਈ ਭਗਵਾਨ ਵਾਲਮੀਕ ਜੀ ਦੀ ਬਾਣੀ ਅੰਦਰ ਕੋਈ ਵੀ ਜਗ੍ਹਾ ਨਹੀਂ ਹੈ। ਤੀਸਰੀ ਗੱਲ ਜੋ ਹੁਣ ਤੱਕ ਆਪਾਂ ਸੰਗਤ ਨਾਲ ਸਾਂਝੀ ਕਰ ਚੁੱਕੇ ਹਾਂ ਕਿ ਇਸ ਗ੍ਰੰਥ ਦੇ ਅੰਦਰ ਜੋ ਬਾਣੀ ਭਗਵਾਨ ਵਾਲਮੀਕ ਜੀ ਨੇ ਲਿਖੀ ਹੈ, ਉਸ ਵਿੱਚ ਰਾਮ ਅਤੇ ਵਸ਼ਿਸ਼ਟ ਨੂੰ 2 ਪਾਤਰਾਂ ਦੇ ਰੂਪ ਵਿੱਚ ਵਰਤਿਆ ਹੈ। ਜੋ ਗਿਆਨ ਹੈ, ਜੋ ਸਿੱਖਿਆ ਹੈ, ਉਹ ਨਾ ਤਾਂ ਰਾਮ ਦੀ ਹੈ ਅਤੇ ਨਾ ਹੀ ਵਸ਼ਿਸ਼ਟ ਮੁਨੀ ਦੀ ਹੈ। ਨਿਰਸੰਦੇਹ ਆਪਾਂ ਆਖ ਸਕਦੇ ਹਾਂ ਕਿ ਜਿਸ ਤਰ੍ਹਾਂ ਕੋਈ ਕਹਾਣੀਕਾਰ ਜਾਂ ਨਾਟਕਕਾਰ ਆਪਣਾ ਸੁਨੇਹਾ ਉਹਨਾਂ ਪਾਤਰਾਂ ਰਾਹੀਂ ਦੁਨੀਆ ਤੱਕ ਪਹੁੰਚਾਉਂਦਾ ਹੈ, ਇਸੇ ਤਰ੍ਹਾਂ ਹੀ ਭਗਵਾਨ ਵਾਲਮੀਕ ਜੀ ਨੇ ਤ੍ਰੇਤਾ ਯੁੱਗ ਵਿੱਚ ਉਸ ਸੱਚ ਨੂੰ ਦੁਨੀਆ ਤੱਕ ਪਹੁੰਚਾਇਆ। ਭਾਈ ਸਾਹਿਬ ਜੀ, ਜਿਸ ਤਰ੍ਹਾਂ ਆਪਾਂ ਪਿਛਲੇ ਸਤਸੰਗ ਵਿੱਚ ਵਿਚਾਰ ਕਰ ਚੁੱਕੇ ਹਾਂ ਕਿ ਭਗਵਾਨ ਵਾਲਮੀਕ ਜੀ ਨਾ ਤਾਂ ਰਿਸ਼ੀ ਸਨ ਅਤੇ ਨਾ ਹੀ ਮਹਾਰਿਸ਼ੀ। ਆਪਣੇ ਨਾਲ ਕੁਝ ਨਵੇਂ ਸਰੋਤੇ ਵੀ ਹਨ ਜੋ ਕਿ ਦੁਨੀਆ ਭਰ ਵਿੱਚ ਆਪਣੀ ਇਸ ਵਾਰਤਾਲਾਪ ਨੂੰ ਸੁਣ ਰਹੇ ਹਨ। ਆਪ ਬਾਣੀ ਦੀ ਕਸਵੱਟੀ ਦੇ ਅਨੁਸਾਰ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ? ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਭੈਣ ਜੀ ਅੱਜ ਦੀ ਇਸ ਵਾਰਤਾਲਾਪ ਕਹਿ ਲਈਏ ਅੰਦਰ ਥੋੜਾ ਜਿਹਾ ਜਿਹੜਾ ਉਹ ਜ਼ਿਕਰ ਕਰ ਗਏ ਕਿ ਭਗਵਾਨ ਵਾਲਮੀਕ ਜੀ ਦਾ ਜਿਹੜਾ ਗੁਰਪੁਰਬ ਕਹਿ ਲਈਏ, ਉਹਨਾਂ ਦਾ ਪ੍ਰਗਟ ਦਿਵਸ ਕਹਿ ਲਈਏ, ਆ ਪਿਛਲੇ ਹਫਤੇ ਜਿਹੜਾ ਉਹ ਲੰਘ ਕੇ ਗਿਆ ਤੇ ਵੱਖਰੇ ਵੱਖਰੇ ਆਪਾਂ ਕਹਿ ਲਈਏ ਕਿ ਮੀਡੀਆ ਦੇ ਰਾਹੀਂ ਸੰਗਤ ਦੇ ਤੱਕ ਦੁਨੀਆ ਦੇ ਕੋਨੇ-ਕੋਨੇ ਤੋਂ ਇਸ ਚੀਜ਼ ਦੇ ਪ੍ਰਤੀ ਜਾਣਕਾਰੀ ਜਿਹੜੀ ਉਹ ਪ੍ਰਾਪਤ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਕਿ ਕੀ ਭਗਵਾਨ ਵਾਲਮੀਕ ਜੀ ਰਿਸ਼ੀ ਸਨ, ਕੀ ਭਗਵਾਨ ਵਾਲਮੀਕ ਜੀ ਮਹਾਰਿਸ਼ੀ ਸਨ, ਤੇ ਜਾਂ ਫਿਰ ਕਈਆਂ ਨੇ ਜਿਸ ਤਰ੍ਹਾਂ ਆਪਾਂ ਕਹਿ ਲਈਏ ਜੀ ਕਿ ਮਹਾਰਿਸ਼ੀ ਭਗਵਾਨ ਵਾਲਮੀਕ ਜੀ ਕਰਕੇ ਵੀ ਜਿਹੜਾ ਉਹ ਵਰਣਨ ਕੀਤਾ, ਭਾਵ ਕਿ ਕਿਤੇ ਪਿੱਛੇ ਨਾ ਰਹਿ ਜਾਈਏ, ਉਹਨਾਂ ਨੇ ਭਗਵਾਨ ਵੀ ਕਹਿ ਦਿੱਤਾ ਅਤੇ ਮਹਾਰਿਸ਼ੀ ਜਿਹੜਾ ਉਹ ਵੀ ਜਿਹੜਾ ਆਪਣੇ ਸ਼ਬਦਾਂ ਦੇ ਵਿੱਚ ਕਹਿ ਲਓ ਕਿ ਦੁਨੀਆ ਦੇ ਤੱਕ ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਉਹ ਪਹੁੰਚਾਇਆ। ਅੱਜ ਦੀ ਇਸ ਵਾਰਤਾਲਾਪ ਦੇ ਅੰਦਰ ਆਪਾਂ ਇਸ ਚੀਜ਼ ਦੇ ਪ੍ਰਤੀ ਥੋੜੀ ਜਿਹੀ ਜਾਣਕਾਰੀ ਪ੍ਰਾਪਤ ਕਰਾਂਗੇ ਕਿ ਕੀ ਭਗਵਾਨ ਵਾਲਮੀਕ ਜੀ ਰਿਸ਼ੀ ਸਨ ਜਾਂ ਕੀ ਭਗਵਾਨ ਵਾਲਮੀਕ ਜੀ ਮਹਾਰਿਸ਼ੀ ਸਨ। ਵੈਸੇ ਤੇ ਜੇਕਰ ਆਪਾਂ ਦੇਖੋ ਜੀ ਗੁਰਬਾਣੀ ਦੇ ਅਨੁਸਾਰ ਵਿਚਾਰ ਕਰਕੇ ਦੇਖੀਏ ਤੇ ਗੁਰਬਾਣੀ ਇਸ ਚੀਜ਼ ਦਾ ਫੈਸਲਾ ਕਰਦੀ
ਕਿ ਆਪਾਂ ਆਪਣੀ ਮਨ ਬੁੱਧੀ ਦੇ ਅਨੁਸਾਰ ਉਹਨਾਂ ਮਹਾਤਮਾ ਦੀ ਅਵਸਥਾ ਕਹਿ ਲਓ, ਉਹਨਾਂ ਮਹਾਤਮਾ ਦਾ ਸਟੇਟਸ ਕਹਿ ਲਓ, ਉਹਨਾਂ ਮਹਾਤਮਾ ਦਾ ਦਰਜਾ ਕਹਿ ਲਓ, ਉਸ ਨੂੰ ਆਪਾਂ ਆਪਣੀ ਮਨ ਬੁੱਧੀ ਦੇ ਅਨੁਸਾਰ ਜਿਹੜਾ ਉਹ ਪਰਖ ਨਹੀਂ ਸਕਦੇ। ਜਿਸ ਤਰ੍ਹਾਂ ਆਪਾਂ ਇੱਕ ਦੋ ਪ੍ਰਮਾਣ ਜਿਹੜੇ ਉਹ ਗੁਰਬਾਣੀ ਦੇ ਵਿੱਚੋਂ ਲਵਾਂਗੇ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਉਹ ਕੁੱਲ ਮਾਲਕ ਅਕਾਲ ਪੁਰਖ ਦਾ ਜਿਸ ਤਰ੍ਹਾਂ ਆਪਾਂ ਸਾਕਾਰ ਰੂਪ ਆਖ ਦੇਈਏ, ਜਿਸ ਤਰ੍ਹਾਂ ਭੈਣ ਜੀ ਇਸ਼ਾਰਾ ਦੇ ਗਏ, ਆਪ ਨਾਰਾਇਣ ਕਲਾ ਧਾਰ ਜਗ ਮੇ ਪਰਵਰਿਓ। ਉਹ ਕੁੱਲ ਮਾਲਕ ਅਕਾਲ ਪੁਰਖ ਹੀ ਇਨਸਾਨ ਦੇ ਜਾਮੇ ਦੇ ਵਿੱਚ ਇਸ ਦੁਨੀਆ ਦੇ ਅੰਦਰ ਆਉਂਦਾ। ਤੇ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਉਸ ਦੀ ਅਵਸਥਾ ਬਿਆਨ ਕਰਨ ਦੇ ਲਈ ਕਹਿ ਲਈਏ, ਉਸ ਦੇ ਗੁਣਾਂ ਦੀ ਗੱਲ ਕਰਨ ਦੇ ਲਈ ਆਪਾਂ ਕਹਿ ਲਈਏ, ਆਪਣੀ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ, ਕਹਿੰਦੇ ਸਭ ਪਰਬਤ ਸਿਆਹੀ ਕਰੂੰ। ਕਹਿੰਦੇ ਆ ਜਿਹੜੇ ਆਪਾਂ ਸਾਰੀ ਦੁਨੀਆ ਦੇ ਵਿੱਚ ਪਹਾੜਾਂ ਦੀ ਗੱਲ ਕਰ ਲਈਏ, ਪਰਬਤਾਂ ਦੀ ਗੱਲ ਕਰ ਲਈਏ, ਕਹਿੰਦੇ ਜੇਕਰ ਮੈਂ ਇਹਨਾਂ ਦੀ ਸਿਆਹੀ ਬਣਾ ਲਵਾਂ, ਘੋਲੂ ਸਮੁੰਦਰ ਮਾਹੇ, ਕਹਿੰਦੇ ਪਰਬਤ ਜਿਹੜੇ ਉਹਨਾਂ ਨੂੰ ਚੂਰਨ ਬਣਾ ਕੇ ਤੇ ਜਿਹੜੇ ਦੁਨੀਆ ਦੇ ਵਿੱਚ ਸਮੁੰਦਰ ਆ ਨਾ, ਕਹਿੰਦੇ ਉਹਨਾਂ ਨੂੰ ਉਸ ਦੇ ਵਿੱਚ ਘੋਲ ਦੇਵਾਂ। ਧਰਤੀ ਕਾ ਕਾਗਜ਼ ਕਰੂੰ ਗੁਰ ਗੁਣ ਲਿਖਾ ਨਾ ਜਾਏ। ਕਹਿੰਦੇ ਜਿਹੜੀ ਪ੍ਰਿਥਵੀ ਆ, ਕਹਿੰਦੇ ਉਸ ਨੂੰ ਕਾਗਜ਼ ਬਣਾ ਦਿੱਤਾ ਜਾਵੇ, ਬਨਸਪਤੀ ਜਿਹੜੀ ਉਸ ਦੀਆਂ ਕਲਮਾਂ ਬਣਾ ਲੀਆਂ ਜਾਣ, ਤੇ ਫਿਰ ਵੀ ਜਿਹੜਾ ਉਹ ਗੁਰੂ ਦੇ ਗੁਣ ਜਿਹੜੇ ਆ ਨਾ ਉਹ ਲਿਖੇ ਨਹੀਂ ਜਾ ਸਕਦੇ। ਇੱਕ ਪ੍ਰਮਾਣ ਗੁਰਬਾਣੀ ਦੇ ਵਿੱਚੋਂ ਆਪਾਂ ਹੋਰ ਲਵਾਂਗੇ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਪਜੀ ਸਾਹਿਬ ਦੇ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ, ਕਹਿੰਦੇ ਜੇਵਡ ਉੱਚਾ ਏਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਕਹਿੰਦੇ ਜਿੰਨਾ ਚਿਰ ਇਹ ਇਨਸਾਨ ਉਸ ਦੀ ਅਵਸਥਾ ਤੱਕ ਨਹੀਂ ਪਹੁੰਚ ਜਾਂਦਾ ਤੇ ਫਿਰ ਇਹ ਆਪਣੀ ਮਨ ਬੁੱਧੀ ਦੇ ਅਨੁਸਾਰ ਇਸ ਚੀਜ਼ ਦੀ ਪਰਖ ਜਿਹੜੀ ਉਹ ਨਹੀਂ ਕਰ ਸਕਦਾ ਕਿ ਬਈ ਉਹ ਰਿਸ਼ੀ ਸਨ, ਮਹਾਰਿਸ਼ੀ ਸਨ, ਜਾਂ ਕੁੱਲ ਮਾਲਕ ਅਕਾਲ ਪੁਰਖ ਦਾ ਸਾਕਾਰ ਰੂਪ ਸਨ। ਇੱਥੇ ਆਪਾਂ ਥੋੜੀ ਜਿਹੀ ਵਿਚਾਰ ਕਰਾਂਗੇ ਕਿ ਫਿਰ ਕੀ ਆਪਾਂ ਨੂੰ ਇਸ ਚੀਜ਼ ਨੂੰ ਛੱਡ ਦੇਣਾ ਚਾਹੀਦਾ। ਫਿਰ ਵੀ ਮਹਾਤਮਾ ਨੇ ਬਾਣੀ ਦੇ ਅੰਦਰ ਕਿਤੇ ਕਿਤੇ ਉਸ ਚੀਜ਼ ਦਾ ਜਿਹੜਾ ਉਹ ਇਸ਼ਾਰਾ ਦਿੱਤਾ ਜੀ। ਉਸ ਦੇ ਗੁਣਾਂ ਦੀ ਗੱਲ ਜਿਹੜੀ ਮਹਾਤਮਾ ਨੇ ਬਾਣੀ ਦੇ ਅੰਦਰ ਜ਼ਿਕਰ ਕੀਤੀ ਕਿ ਉਸ ਦੇ ਅੰਦਰ ਉਹ ਗੁਣ ਹੋਣਗੇ ਜਿਹੜੇ ਗੁਣ ਉਸ ਮਾਲਕ ਦੇ ਅੰਦਰ ਆਪਾਂ ਆਖ ਸਕਦੇ, ਜਿਸ ਨੂੰ ਉਹਨਾਂ ਨੇ ਕਸਵੱਟੀ ਦਾ ਰੂਪ ਕਰਕੇ ਬਿਆਨ ਕੀਤਾ। ਅੱਜ ਆਪਾਂ ਸਿਰਫ ਉਸ ਗੁਰਬਾਣੀ ਦੀ ਕਸਵੱਟੀ ਅਨੁਸਾਰ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਭਗਵਾਨ ਵਾਲਮੀਕ ਜੀ ਦੇ ਅੰਦਰ ਉਹ ਗੁਣ ਸਨ, ਜਾਂ ਫਿਰ ਉਹ ਰਿਸ਼ੀ ਜਾਂ ਜਿਨ੍ਹਾਂ ਨੂੰ ਆਪਾਂ ਮਹਾਰਿਸ਼ੀ ਕਹਿੰਦੇ ਉਹਨਾਂ ਦੇ ਅੰਦਰ ਉਹ ਗੁਣ ਜਿਹੜੇ ਉਹ ਸਨ। ਆਪਾਂ ਇੱਕ ਬਾਹਰਲੀ ਉਦਾਹਰਨ ਲੈ ਕੇ ਦੇਖ ਸਕਦੇ। ਕਸਵੱਟੀ ਦੀ ਗੱਲ ਕਰਦੇ ਹੋਏ, ਜਿਸ ਤਰ੍ਹਾਂ ਇੱਕ ਸੋਨੇ ਦੀ ਚੀਜ਼ ਹੋਵੇ ਨਾ, ਤੇ ਆਪਾਂ ਆਪਣੇ ਘਰ ਵਿੱਚ ਲੈ ਕੇ ਬੈਠੇ ਤੇ ਫਿਰ ਉਹ ਪਿੱਤਲ ਆ, ਸੋਨਾ ਜੇਕਰ ਨਹੀਂ, ਜੇਕਰ ਉਹ ਪਿੱਤਲ ਆ ਨਾ, ਤੇ ਮੇਰੇ ਵਰਗਾ ਇਨਸਾਨ ਘਰ ਵਿੱਚ ਬਹਿ ਕੇ ਉਸ ਪਿੱਤਲ ਨੂੰ ਹੀ ਸੋਨਾ ਕਹੀ ਜਾਵੇ ਤੇ ਜਿੰਨਾ ਚਿਰ ਮਰਜ਼ੀ ਜਿਹੜਾ ਉਹ ਆਖੀ ਜਾ ਸਕਦਾ। ਲੇਕਿਨ ਜਦੋਂ ਉਹ ਵਰਲਡ ਮਾਰਕੀਟ ਵਿੱਚ ਜਾਵੇਗਾ, ਉੱਥੇ ਕਸਵੱਟੀ ਲਾ ਕੇ ਪਰਖ ਕੀਤੀ ਜਾਵੇਗੀ। ਖਾਸ ਕਰਕੇ ਆਪਾਂ ਸੁਨਿਆਰੇ ਦੀ ਦੁਕਾਨ ਦੀ ਗੱਲ ਜਿਹੜੀ ਉਹ ਕਰ ਸਕਦੇ ਕਿ ਸੋਨਾ ਲੈ ਕੇ ਆਪਾਂ ਗਏ ਸੁਨਿਆਰੇ ਦੀ ਦੁਕਾਨ ਤੇ, ਕਸਵੱਟੀ ਲਾ ਕੇ ਉਸਨੇ ਦੱਸ ਦਿੱਤਾ ਕਿ ਵੀ ਆ ਜਿਹੜਾ ਤੁਸੀਂ ਸੋਨਾ ਲੈ ਕੇ ਆਏ ਆ ਨਾ, ਅਸਲ ਵਿੱਚ ਉਹ ਭਰਾਵੋ ਇਹ ਤੇ ਹੈ ਹੀ ਪਿੱਤਲ, ਸੋਨਾ ਇਹ ਹੈ ਹੀ ਨਹੀਂ। ਇਸ ਕਰਕੇ ਮਨ ਬੁੱਧੀ ਦੇ ਅਧੀਨ ਆ ਕੇ ਜੇਕਰ ਆਪਾਂ ਉਹ ਰਿਸ਼ੀ ਅਤੇ ਮਹਾਰਿਸ਼ੀ ਜਿਹੜੇ ਬਾਣੀ ਦੀ ਕਸਵੱਟੀ ਅਨੁਸਾਰ ਪਰਖ ਨਹੀਂ ਕਰਾਂਗੇ, ਆਪਾਂ ਜਾਣ ਨਹੀਂ ਸਕਾਂਗੇ ਕਿ ਵੀ ਭਗਵਾਨ ਵਾਲਮੀਕ ਜੀ ਜਿਹੜੇ ਸਨ ਉਹ ਕਿਸ ਅਵਸਥਾ ਦੇ ਜਿਹੜੇ ਉਹ ਮਾਲਕ ਸਨ। ਇਸ ਕਰਕੇ ਇਸ ਚੀਜ਼ ਦੇ ਬਾਰੇ ਜਾਣਨਾ ਜਿਹੜਾ ਉਹ ਬੜਾ ਜ਼ਰੂਰੀ। ਬਾਣੀ ਦੇ ਅੰਦਰ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ, ਗੁਣਾਂ ਦੀ ਗੱਲ ਕਰਦੇ ਹੋਏ ਉਸ ਮਾਲਕ ਦੇ ਗੁਣ ਜਿਹੜੇ, ਜਿਸ ਤਰ੍ਹਾਂ ਆਪਾਂ ਉਦਾਰਤਾ ਦੀ ਗੱਲ ਕਰ ਲੈਨੇ, ਨਿਮਰਤਾ ਦੀ ਗੱਲ ਕਰ ਲੈਨੇ, ਸਬਰ ਤੇ ਸੰਤੋਖ ਦੀ ਗੱਲ ਕਰ ਲੈਨੇ,
ਕਿਸੇ ਇਨਸਾਨ ਨੂੰ ਮਾਫ ਕਰ ਦੇਣ ਦੀ ਆਪਾਂ ਗੱਲ ਕਰ ਲੈਨੇ, ਜੇ ਤੇ ਬਈ ਉਸ ਦੇ ਅੰਦਰ ਇਹ ਗੁਣ ਹੈਗੇ ਤੇ ਫਿਰ ਆਪਾਂ ਆਖ ਸਕਦੇ ਕਿ ਬਈ ਉਹ ਉਸ ਅਵਸਥਾ ਦਾ ਜਿਹੜਾ ਉਹ ਮਾਲਕ ਜਿਹੜਾ ਉਸ ਨੂੰ ਆਪਾਂ ਕਹਿ ਸਕਦੇ। ਇਹਨਾਂ ਰਿਸ਼ੀਆਂ ਔਰ ਮਹਾ ਰਿਸ਼ੀਆਂ ਦੇ ਸੰਬੰਧ ਦੇ ਵਿੱਚ ਆਪਾਂ ਥੋੜੀ ਜਿਹੀ ਜਿਹੜੀ ਉਹ ਵਿਚਾਰ ਕਰਾਂਗੇ। ਜਿਸ ਤਰ੍ਹਾਂ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ, ਕਹਿੰਦੇ ਮੈਲਾ ਬ੍ਰਹਮਾ ਮੈਲਾ ਇੰਦ ਰਬ ਮੈਲਾ ਮੈਲਾ ਹੈ ਚੰਦ। ਇਹ ਗੁਰਬਾਣੀ ਦਾ ਪ੍ਰਮਾਣ ਜਿਹੜਾ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਆਪਣੇ ਇੱਕ ਸ਼ਬਦ ਦੇ ਅੰਦਰ ਇਸ ਚੀਜ਼ ਦਾ ਜਿਹੜਾ ਜੀ ਉਹ ਜ਼ਿਕਰ ਕੀਤਾ। ਜਿਸ ਤਰ੍ਹਾਂ ਭੈਣ ਜੀ ਇਸ਼ਾਰਾ ਦੇ ਗਏ ਕਿ ਭਗਵਾਨ ਵਾਲਮੀਕ ਜੀ ਦੀ ਬਾਣੀ ਜਿਹੜੀ ਹੈ ਨਾ ਉਹ ਵੇਦਾਂ ਦਾ ਹਿੱਸਾ ਨਹੀਂ ਆਖਿਆ ਜਾ ਸਕਦਾ। ਕਿਉਂ ਨਹੀਂ ਆਖਿਆ ਜਾ ਸਕਦਾ? ਇਸ ਕਰਕੇ ਨਹੀਂ ਆਖਿਆ ਜਾ ਸਕਦਾ ਕਿ ਧਾਰਮਿਕ ਗ੍ਰੰਥ ਸਨਾਤਨ ਧਰਮ ਦੇ ਮਤ ਦੇ ਅਨੁਸਾਰ ਜਿਹੜੇ ਇਹ ਵੇਦ ਆ ਨਾ, ਕਹਿੰਦੇ ਜੀ ਇਹ ਬ੍ਰਹਮਾ ਦੇ ਮੁਖ ਦੇ ਵਿੱਚੋਂ ਉਹ ਨਿਕਲੇ। ਭਾਵ ਇਸ ਦੀ ਬਾਣੀ ਜਿਹੜੀ ਆ ਉਹ ਬ੍ਰਹਮਾ ਦੇ ਮੁਖ ਦੇ ਵਿੱਚੋਂ ਨਿਕਲੀ। ਤੇ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੇ ਦੱਸਣ ਅਨੁਸਾਰ ਬ੍ਰਹਮਾ ਜਿਹੜਾ ਉਹ ਮੈਲਾ, ਜੇਕਰ ਉਹ ਮੈਲਾ ਆ ਤੇ ਫਿਰ ਉਹ ਬਾਣੀ ਜਿਹੜੀ ਆ ਉਹ ਪਵਿੱਤਰ ਨਹੀਂ ਹੋ ਸਕਦੀ। ਮੈਂ ਇੱਥੇ ਥੋੜੀ ਜਿਹੀ ਬੇਨਤੀ ਕਰਦਿਆਂ ਕਿ ਸਾਡਾ ਮਕਸਦ ਕਿਸੇ ਨੂੰ ਨੀਵਾਂ ਦਿਖਾਉਣਾ ਨਹੀਂ, ਲੇਕਿਨ ਜਿਹੜੀ ਸੱਚਾਈ ਆ ਨਾ ਆਪਾਂ ਉਸ ਨੂੰ ਅੱਖਾਂ ਤੋਂ ਓਲੇ ਜਿਹੜਾ ਉਹ ਨਹੀਂ ਕਰ ਸਕਦੇ। ਕੋਈ ਇਨਸਾਨ ਆਪਾਂ ਨੂੰ ਸਵਾਲ ਕਰੇਗਾ ਕਿ ਵੀ ਤੁਸੀਂ ਕਿਸ ਤਰ੍ਹਾਂ ਕਹਿੰਦੇ ਹੋ ਕਿ ਇਹ ਬ੍ਰਹਮਾ ਜਿਹੜਾ ਇਹ ਮੈਲਾ। ਡਾਕਟਰ ਸੁਰਿੰਦਰ ਸਿੰਘ ਕੋਹਲੀ, ਹੈਡ ਆਫ ਪੰਜਾਬੀ ਡਿਪਾਰਟਮੈਂਟ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਇੱਕ ਬੁੱਕ ਲਿਖੀ ਜੀ, ਡਿਕਸ਼ਨਰੀ ਆਫ ਮਾਈਥੋਲੋਜੀਕਲੀ ਰੈਫਰੈਂਸਸ ਇਨ ਗੁਰੂ ਗ੍ਰੰਥ ਸਾਹਿਬ। ਉਸ ਦੇ ਵਿੱਚ ਇਹਨਾਂ ਨੇ ਜ਼ਿਕਰ ਕੀਤਾ ਕਿ ਜਿਹੜੇ ਬ੍ਰਹਮਾ ਜੀ ਸਨ ਉਹ ਕੀ ਕਰ ਰਹੇ ਸਨ। ਕਹਿੰਦੇ ਜੀ ਵੇਦਾਂ ਦੀ ਕਥਾ ਕਰਕੇ ਜਿਹੜੀ ਉਹ ਸੁਣਾ ਰਹੇ ਸਨ ਤੇ ਜ਼ਿਕਰ ਆਇਆ ਸੁੰਦਰਤਾ ਦੇ ਗੁਣਾਂ ਦੀ ਗੱਲ, ਸ਼ਿੰਗਾਰਾਂ ਦੀ ਗੱਲ, ਤੇ ਉਹਨਾਂ ਨੇ ਮਨ ਵਿੱਚ ਖਿਆਲ ਆਇਆ ਕਿ ਵੀ ਆ ਜਿਹੜੀ ਉਹ ਗੱਲ ਕਰ ਰਹੇ ਆ ਨਾ, ਕੀ ਇਹ ਗੁਣ ਕਿਸੇ ਵਿੱਚ ਹੋ ਸਕਦੇ। ਲਿਖਤ ਵਿੱਚ ਇਸ ਤਰ੍ਹਾਂ ਮਿਲਦਾ ਕਿ ਸਰਸਵਤੀ ਜਿਹੜੀ ਉਹ ਬ੍ਰਹਮਾ ਜੀ ਦੀ ਲੜਕੀ ਸੀ। ਗੱਲ ਕਰਦਿਆਂ ਕਰਦਿਆਂ ਉਹਨਾਂ ਦਾ ਖਿਆਲ ਜਿਹੜਾ ਉਹ ਸਰਸਵਤੀ ਦੇ ਉੱਪਰ, ਜਿਸ ਨੂੰ ਸਵਿਤਰੀ ਕਰਕੇ ਵੀ ਲਿਖਿਆ, ਉਸ ਦੇ ਉੱਪਰ ਚਲਾ ਗਿਆ। ਬ੍ਰਹਮਾ ਦੀ ਦ੍ਰਿਸ਼ਟੀ ਜਿਹੜੀ ਉਹ ਮੈਲੀ ਹੋ ਗਈ। ਲਿਖਤ ਵਿੱਚ ਇਸ ਤਰ੍ਹਾਂ ਮਿਲਦਾ, ਡਾਕਟਰ ਸੁਰਿੰਦਰ ਸਿੰਘ ਕੋਹਲੀ ਜੀ ਲਿਖਦੇ ਕਿ ਉਹ ਸੱਜੇ ਚਲੀ ਗਈ। ਇਹਨਾਂ ਨੇ ਆਪਣਾ ਇੱਕ ਸਿਰ ਪ੍ਰਗਟ ਕਰ ਲਿਆ, ਸੱਜੇ ਵੇਖਣ ਲੱਗ ਪਏ, ਖੱਬੇ ਚਲੀ ਗਈ, ਖੱਬੇ ਉਹਨਾਂ ਨੇ ਉਸ ਨੂੰ ਦੇਖਿਆ, ਇੱਕ ਸਿਰ ਜਿਹੜਾ ਉਹ ਪਿੱਛੇ ਪ੍ਰਗਟ ਕੀਤਾ ਤੇ ਜਿਸ ਸਮੇਂ ਉਹ ਆਕਾਸ਼ ਨੂੰ ਉੱਡ ਗਈ ਤੇ ਇਹਨਾਂ ਨੇ ਆਪਣਾ ਪੰਜਵਾਂ ਸਿਰ ਜਿਹੜਾ ਉਹ ਪ੍ਰਗਟ ਕੀਤਾ। ਸ਼ਿਵ ਜੀ ਜਿਹੜੇ ਸਨ ਉਹਨਾਂ ਨੂੰ ਇਹਨਾਂ ਦੀ ਇਹ ਗੱਲ ਚੰਗੀ ਨਹੀਂ ਲੱਗੀ ਤੇ ਉਹਨਾਂ ਨੇ ਇਹਨਾਂ ਦਾ ਇਹ ਜਿਹੜਾ ਪੰਜਵਾਂ ਸਿਰ ਸੀਗਾ ਉਸ ਨੂੰ ਜਿਹੜਾ ਉਹ ਕੱਟ ਦਿੱਤਾ। ਇਸ ਨੂੰ ਆਪਾਂ ਸਟੋਰੀ ਕਹਿ ਲਈਏ, ਕਹਾਣੀ ਕਹਿ ਲਈਏ, ਲੇਕਿਨ ਵੇਦਾਂ ਦੇ ਅੰਦਰ ਇਹ ਗੱਲ ਜਿਹੜੀ ਉਹ ਆਏਗੀ। ਇਸ ਕਰਕੇ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਅੰਦਰ ਜ਼ਿਕਰ ਕੀਤਾ ਜੀ, ਕਹਿੰਦੇ ਮੈਲਾ ਬ੍ਰਹਮਾ ਮੈਲਾ ਇੰਦ। ਇੰਦ ਤੋਂ ਭਾਵ ਇੰਦਰ, ਕਹਿੰਦੇ ਸਵਰਗਾਂ ਦਾ ਰਾਜਾ ਇੰਦਰ ਜਿਹੜਾ ਉਹ ਵੀ ਮੈਲਾ। ਹੁਣ ਸਵਾਲ ਪੈਦਾ ਹੁੰਦਾ ਕਿਉਂ ਮੈਲਾ? ਆਪਾਂ ਸਾਰੇ ਜਾਣਦੇ ਕਿ ਗੌਤਮ ਰਿਸ਼ੀ ਜਿਹੜੇ ਸਨ ਉਹਨਾਂ ਦੀ ਪਤਨੀ ਅਹਲਿਆ ਜਿਹੜੀ, ਉਸ ਦੇ ਨਾਲ ਜਿਹੜੇ ਇੰਦਰ ਸਵਰਗਾਂ ਦਾ ਜਿਸ ਨੂੰ ਆਪਾਂ ਰਾਜਾ ਕਹਿੰਦੇ ਆ ਨਾ, ਉਸਨੇ ਛਲ ਕੀਤਾ। ਭਾਵ ਇਹ ਜਿਹੜੇ ਜਿੰਨੇ ਵੀ ਰਿਸ਼ੀ ਜਾਂ ਮਹਾਰਿਸ਼ੀਆਂ ਦੀ ਆਪਾਂ ਅੱਜ ਗੱਲ ਕਰ ਰਹੇ ਹਾਂ, ਮਨ ਦੇ ਵਿਕਾਰਾਂ ਤੋਂ ਆਪਣੇ ਆਪ ਨੂੰ ਜਿਹੜਾ ਉਹ ਨਹੀਂ ਬਚਾ ਸਕੇ। ਆਪਾਂ ਸ੍ਰਿੰਗੀ ਰਿਸ਼ੀ ਦੀ ਗੱਲ ਕਰ ਲੈਨੇ। ਆਪਾਂ ਨੂੰ ਪਤਾ ਕਿ ਇਹ ਪੱਤਿਆਂ ਨੂੰ ਚੱਟ ਕੇ ਦੱਸਦੇ ਕਿ ਗੁਜ਼ਾਰਾ ਕਰਦੇ ਸੀ, ਭਗਤੀ ਵਾਲੇ ਸਨ। ਲੇਕਿਨ ਇੰਦਰ ਨੇ ਮੇਨਕਾ ਪਰੀ ਕਹਿ ਲੋ, ਸ਼ਕੁੰਤਲਾ ਦੀ ਗੱਲ ਜਿਹੜੀ ਉਹ ਵੀ ਵੇਦਾਂ ਵਿੱਚ ਆਉਂਦੀ ਤੇ ਉਹਨਾਂ ਨੇ ਆ ਕੇ ਇਸ ਦਾ ਤਪ ਜਿਹੜਾ ਉਸ ਨੂੰ ਭੰਗ ਕੀਤਾ। ਇਸੇ ਤਰ੍ਹਾਂ ਆਪਾਂ ਜੈਮਨੀ ਰਿਸ਼ੀ ਜੀ ਦੀ ਜੇਕਰ ਗੱਲ ਕਰ ਲਈਏ, ਉਹਨਾਂ ਨੇ ਇੱਕ ਗ੍ਰੰਥ ਲਿਖਿਆ ਜੀ ਨਿਆਇ ਸ਼ਾਸਤਰ।
ਤੇ ਜੇਕਰ ਆਪਾਂ ਉਸ ਗ੍ਰੰਥ ਦੇ ਵਿੱਚ ਵੇਖੀਏ, ਇਹਨਾਂ ਨੇ ਜਦੋਂ ਇੱਕ ਕੜੀ ਲਿਖ ਦਿੱਤੀ ਕਿ ਜਿਹੜਾ ਇਨਸਾਨ ਗਿਆਨ ਪ੍ਰਾਪਤ ਕਰ ਲੈਂਦਾ ਉਹ ਆਪਣੇ ਮਨ ਨੂੰ ਜਿੱਤ ਜਾਂਦਾ, ਤੇ ਵੇਦ ਵਿਆਸ ਜੀ ਨੇ ਇਸ ਦੇ ਨਾਲ ਸਹਿਮਤੀ ਪ੍ਰਗਟ ਨਹੀਂ ਕੀਤੀ। ਉਹਨਾਂ ਨੇ ਇਹ ਜੈਮਨੀ ਰਿਸ਼ੀ ਨੂੰ ਆਖਿਆ, ਜੈਮਨੀ ਰਿਸ਼ੀ ਜੀ ਤੁਸੀਂ ਆ ਜਿਹੜੀ ਕੜੀ ਆ ਨਾ, ਇਸ ਨੂੰ ਇਸ ਗ੍ਰੰਥ ਦੇ ਵਿੱਚੋਂ ਕੱਢ ਦਿਓ। ਲਿਖਤ ਵਿੱਚ ਇਸ ਤਰ੍ਹਾਂ ਮਿਲਦਾ, ਜੈਮਨੀ ਰਿਸ਼ੀ ਜੀ ਉਸ ਦੇ ਨਾਲ ਸਹਿਮਤ ਨਹੀਂ ਹੋਏ। ਸਾਖੀ ਲੰਬੀ, ਲੇਕਿਨ ਆਪਾਂ ਉਸ ਚੀਜ਼ ਦੇ ਪ੍ਰਤੀ ਵਿਚਾਰ ਕਰਾਂਗੇ ਕਿ ਇਹ ਜਿੰਨੇ ਵੀ ਰਿਸ਼ੀ ਜਾਂ ਮਹਾਰਿਸ਼ੀ ਹੋਏ, ਮਨ ਦੇ ਵਿਕਾਰਾਂ ਤੋਂ ਆਪਣੇ ਆਪ ਨੂੰ ਜਿਹੜਾ ਉਹ ਨਹੀਂ ਬਚਾ ਸਕੇ। ਇਸੇ ਤਰ੍ਹਾਂ ਆਪਾਂ ਪਰਾਸ਼ਰ ਰਿਸ਼ੀ ਜੀ ਦੀ ਜੇਕਰ ਗੱਲ ਕਰਕੇ ਵੇਖੀਏ ਤੇ ਆਪਾਂ ਨੂੰ ਪਤਾ ਕਿ ਜਿਹੜੀ ਮਸ਼ੋਦਰੀ ਸੀ ਨਾ, ਜਦੋਂ ਇਹ ਭਗਤੀ ਕਰਕੇ ਵਾਪਸ ਆ ਰਹੇ ਸਨ ਪਰਾਸ਼ਰ ਰਿਸ਼ੀ ਜੀ, ਤੇ ਇਹਨਾਂ ਨੇ ਇੱਕ ਦਰਿਆ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਜਿਸ ਤਰ੍ਹਾਂ ਆਪਾਂ ਕਹਿ ਲਈਏ ਕਿ ਪਿਤਾ ਪੁਰਖੀ ਕਿੱਤੇ ਦੀ ਗੱਲ, ਉਹ ਵਿਚਾਰੇ ਆਪਣਾ ਖਾਣਾ ਵਗੈਰਾ ਖਾ ਰਹੇ ਸਨ। ਤੇ ਪਰਾਸ਼ਰ ਰਿਸ਼ੀ ਜੀ ਉਹਨਾਂ ਨੂੰ ਕਹਿਣ ਲੱਗੇ, ਜੀ ਜੇਕਰ ਦਰਿਆ ਪਾਰ ਨਹੀਂ ਕਰਾਓਗੇ ਨਾ ਤੇ ਫਿਰ ਮੈਂ ਤੁਹਾਨੂੰ ਜਿਹੜਾ ਉਹ ਸ਼ਰਾਪ ਦੇ ਦਿਆਂਗਾ। ਲਿਖਤ ਵਿੱਚ ਇਸ ਤਰ੍ਹਾਂ ਮਿਲਦਾ ਕਿ ਪਰਾਸ਼ਰ ਰਿਸ਼ੀ ਜਿਹੜੇ ਸਨ, ਉਹਨਾਂ ਦੀ ਜਵਾਨ ਲੜਕੀ, ਉਸਨੇ ਉਹਨਾਂ ਨੂੰ ਦਰਿਆ ਪਾਰ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਉਹਨਾਂ ਦੀ ਦ੍ਰਿਸ਼ਟੀ ਜਿਹੜੀ ਉਹ ਮੈਲੀ ਹੋ ਗਈ। ਇਸ ਕਰਕੇ ਦੱਸਣ ਤੋਂ ਕੀ ਭਾਵ, ਜਿਸ ਤਰ੍ਹਾਂ ਆਪਾਂ ਭ੍ਰਿਗੂ ਰਿਸ਼ੀ ਜੀ ਦੀ ਗੱਲ ਕਰ ਲਈਏ, ਇਹ ਜਿੰਨੇ ਵੀ ਰਿਸ਼ੀ ਜਾਂ ਮਹਾਰਿਸ਼ੀ ਹੋਏ, ਮਨ ਦੇ ਵਿਕਾਰਾਂ ਤੋਂ ਆਪਣੇ ਆਪ ਨੂੰ ਨਹੀਂ ਬਚਾ ਸਕੇ। ਆਪਾਂ ਇਸ ਤੋਂ ਅੱਗੇ ਚੱਲਦੇ, ਗੁਰਬਾਣੀ ਜਿਹੜੀ ਉਹ ਕਿਸ ਚੀਜ਼ ਦੀ ਜਿਹੜੀ ਉਹ ਸ਼ਹਾਦਤ ਦੇਵੇਗੀ। ਭਾਈ ਗੁਰਦਾਸ ਜੀ ਨੇ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ, ਕਹਿੰਦੇ ਏਕਾ ਨਾਰੀ ਸਦਾ ਜਤੀ, ਪਰ ਨਾਰੀ ਧੀ ਭੈਣ ਬਖਾਣੇ। ਗੁਰਬਾਣੀ ਜਿਹੜੀ ਉਹ ਆਪਾਂ ਨੂੰ ਇਸ ਪਾਸੇ ਲੈ ਕੇ ਜਾਵੇਗੀ, ਲੇਕਿਨ ਇਹ ਜਿੰਨੇ ਵੀ ਰਿਸ਼ੀ ਜਾਂ ਮਹਾਰਿਸ਼ੀ ਹੋਏ, ਆਪਣੇ ਆਪ ਨੂੰ ਮਨ ਦੇ ਵਿਕਾਰ ਜਿਹੜੇ ਉਹਨਾਂ ਤੋਂ ਜਿਹੜਾ ਉਹ ਨਹੀਂ ਬਚਾ ਸਕੇ। ਗੁਰੂ ਘਰ ਦੀ ਆਪਾਂ ਗੱਲ ਕਰ ਲਈਏ, ਗੁਰੂ ਘਰ ਨੇ ਆਪਣੀ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ, ਕਹਿੰਦੇ ਸੋ ਕਿਉਂ ਮੰਦਾ ਆਖੀਏ, ਕਹਿੰਦੇ ਜਿਤ ਜੰਮੇ ਰਾਜਨ। ਕਹਿੰਦੇ ਉਸ ਨੂੰ ਤੁਸੀਂ ਉਹ ਭਰਾਵੋ ਮੰਦਾ ਕਿਉਂ ਆਖਦੇ ਹੋ, ਕਹਿੰਦੇ ਜਿਸ ਦੇ ਪੇਟ ਦੇ ਵਿੱਚੋਂ ਕਹਿੰਦੇ ਰਾਜੇ ਜਾਂ ਮਹਾਰਾਜੇ ਜਿਹੜੇ ਉਹਨਾਂ ਨੇ ਜਨਮ ਲਿਆ। ਇਸ ਤੋਂ ਅੱਗੇ ਚੱਲ ਕੇ ਆਪਾਂ ਥੋੜੀ ਜਿਹੀ ਵਿਚਾਰ ਕਰਾਂਗੇ ਕਿ ਭਗਵਾਨ ਵਾਲਮੀਕ ਜੀ ਨੇ ਇਸਤਰੀ ਦੇ ਸੰਬੰਧ ਦੇ ਵਿੱਚ ਕੀ ਆਪਣੇ ਗ੍ਰੰਥ ਦੇ ਅੰਦਰ ਜਿਹੜਾ ਉਹ ਲਿਖਿਆ। ਭਗਵਾਨ ਵਾਲਮੀਕ ਜੀ ਦੀ ਆਪਾਂ ਜ਼ਿੰਦਗੀ ਪੜ੍ਹ ਕੇ ਵੇਖੀਏ, ਇਤਿਹਾਸ ਇਸ ਚੀਜ਼ ਦਾ ਆਪਾਂ ਗਵਾਹ ਕਹਿ ਲਈਏ। ਆਪਾਂ ਗੱਲ ਕਰ ਰਹੇ ਰਿਸ਼ੀਆਂ ਅਤੇ ਮਹਾਰਿਸ਼ੀ ਜਿਹੜੇ ਉਹਨਾਂ ਦੇ ਸੰਬੰਧ ਦੇ ਵਿੱਚ। ਭਗਵਾਨ ਵਾਲਮੀਕ ਜੀ ਨੇ ਸੀਤਾ ਮਾਤਾ ਜੀ ਨੂੰ ਆਪਣੀ ਪਨਾਹ ਦਿੱਤੀ, ਆਪਣੀ ਸ਼ਰਨ ਵਿੱਚ ਲਿਆ। ਲਵ ਕੁਸ਼ ਜਿਹੜੇ ਸਨ ਉਹਨਾਂ ਨੂੰ ਵਿਦਿਆ ਸਿਖਾਈ, ਜਿਸ ਨੂੰ ਆਪਾਂ ਦੁਨਿਆਵੀ ਵਿਦਿਆ ਅਤੇ ਰੂਹਾਨੀਅਤ ਦੀ ਵਿਦਿਆ ਜਿਹੜੀ ਭਗਵਾਨ ਵਾਲਮੀਕ ਜੀ ਨੇ ਲਵ ਕੁਸ਼ ਨੂੰ ਸਿਖਾਈ। ਲੇਕਿਨ ਆਪਣੀ ਕਿਸੇ ਵੀ ਰਚਨਾ ਦੇ ਅੰਦਰ ਉਹਨਾਂ ਨੇ ਰਾਮ ਜਿਹੜੇ ਸਨ ਉਹਨਾਂ ਨੂੰ ਮਾੜਾ ਨਹੀਂ ਆਖਿਆ, ਕਿਉਂਕਿ ਇਸ ਨੂੰ ਆਪਾਂ ਮਹਾਤਮਾ ਦੀ ਆਪਾਂ ਕਹਿ ਲਈਏ ਕਿ ਗੁਣ ਕਹਿ ਲਈਏ, ਵਡਿਆਈ ਕਹਿ ਲਈਏ, ਸਿਫਤ ਕਹਿ ਲਈਏ। ਉਹ ਇਸ ਚੀਜ਼ ਦੇ ਬਾਰੇ ਜਿਹੜਾ ਉਹ ਆਪਾਂ ਨੂੰ ਦੱਸਣਗੇ ਕਿ ਵੀ ਉਹਨਾਂ ਦੇ ਅੰਦਰ ਜਿਹੜੇ ਉਹ ਕਿਹੜੇ ਗੁਣ ਜਿਹੜੇ ਉਹ ਵੇਖਣ ਦੇ ਵਿੱਚ ਆਉਂਦੇ। ਜਿਸ ਤਰ੍ਹਾਂ ਭੈਣ ਜੀ ਇਸ਼ਾਰਾ ਦੇ ਗਏ, ਹੋਇਆ ਕਿ ਦੇਖੋ ਜੀ, ਅੰਧਾ ਚਾਨਣ ਰੱਖੀਏ ਦੀਵੇ ਬਲੇ 50। ਕਹਿੰਦੇ ਜੀ 50 ਦੀਵੇ ਜੇਕਰ ਆਪਾਂ ਜਗਾ ਕੇ ਰੱਖ ਦਈਏ ਨਾ, ਤੇ ਇੱਕ ਇਨਸਾਨ ਜਿਹੜਾ ਉਹ ਅੰਧਾ, ਤੇ ਉਹ ਫਿਰ ਉਹ ਜਿਹੜੇ ਦੀਵੇ ਜਗਦੇ ਆ ਨਾ, ਉਹਨਾਂ ਤੋਂ ਫਿਰ ਉਹ ਆਪਣੀ ਜਿਹੜੀ ਆਪਾਂ ਕਹਿ ਲਈਏ ਕਿ ਰੋਸ਼ਨੀ ਜਿਹੜੀ ਆ ਨਾ, ਉਸ ਤੋਂ ਫਾਇਦਾ ਜਿਹੜਾ ਉਹ ਨਹੀਂ ਉਠਾ ਸਕੇਗਾ। ਹੁੰਦਾ ਕਿ ਜੇਕਰ ਵੀ ਆਪਾਂ ਉਸ ਦੀਆਂ ਅੱਖਾਂ ਦਾ ਕਰਾ ਦਈਏ ਇਲਾਜ, ਤੇ ਫਿਰ ਉਹ ਜਾਣ ਸਕਦਾ ਕਿ ਬੇਰੋਸ਼ਨੀ ਹੈ। ਮੈਂ ਬੇਨਤੀ ਕਰ ਰਿਹਾ ਕਿ ਜਿਸ ਤਰ੍ਹਾਂ ਕਲਰਡ ਐਨਕਾਂ ਹੋਣ ਨਾ, ਆਪਾਂ ਗਲਾਸਿਸ ਦੀ ਗੱਲ ਕਰਦੇ, ਹਰੇ ਰੰਗ ਦੀਆਂ ਜੇਕਰ ਆਪਾਂ ਐਨਕਾਂ ਲਾ ਲਈਏ ਤੇ ਜਿਹੜੀ ਚੀਜ਼ ਨੂੰ ਵੀ ਆਪਾਂ ਦੇਖਾਂਗੇ ਨਾ,
ਉਸ ਦੇ ਵਿੱਚੋਂ ਉਹ ਜਿਹੜੀ ਆਪਾਂ ਐਨਕ ਲਗਾਈ ਆ ਨਾ, ਉਸ ਦਾ ਅਕਸ਼ ਜਿਹੜਾ ਉਹ ਸਾਡੇ ਸਾਹਮਣੇ ਆ ਜਾਏਗਾ। ਇਸ ਕਰਕੇ ਉਹ ਇਨਸਾਨ ਜਿਨ੍ਹਾਂ ਨੇ ਐਨਕ ਹੀ ਉਸ ਤਰ੍ਹਾਂ ਦੀ ਲਾਈ ਹੈਗੀ ਆ, ਜਿੰਨਾ ਚਿਰ ਉਹ ਐਨਕ ਨਹੀਂ ਲਾਉਣਗੇ ਉਹ ਇਸ ਗੱਲ ਨੂੰ ਜਾਣ ਨਹੀਂ ਸਕਣਗੇ ਕਿ ਕੀ ਭਗਵਾਨ ਵਾਲਮੀਕ ਜੀ ਰਿਸ਼ੀ ਸਨ ਜਾਂ ਮਹਾਰਿਸ਼ੀ ਸਨ। ਫੈਸਲਾ ਨਹੀਂ ਕਰ ਸਕਦੇ, ਲੇਕਿਨ ਫੈਸਲਾ ਜਿਹੜਾ ਇਹ ਬਾਣੀ ਦਾ। ਇਸ ਕਰਕੇ ਵੱਖਰੇ ਵੱਖਰੇ ਆਪਾਂ ਕਹਿ ਲਈਏ ਕਿ ਰੈਫਰੈਂਸ ਦੇਣ ਦੀ ਗੱਲ ਕਹਿ ਲਈਏ, ਵੱਖਰੇ ਵੱਖਰੇ ਗੁਰਬਾਣੀ ਦੇ ਵਿੱਚੋਂ ਪ੍ਰਮਾਣ ਲੈਣ ਦੀ ਆਪਾਂ ਗੱਲ ਕਰ ਲਈਏ। ਹਰੇਕ ਮਹਾਤਮਾ ਨੇ ਆਪਣੀ ਬਾਣੀ ਦੇ ਅੰਦਰ ਪੂਰਨ ਸੰਤ ਸਤਿਗੁਰੂ ਦੇ ਸੰਬੰਧ ਦੇ ਵਿੱਚ ਜਿਹੜਾ ਉਹ ਜ਼ਿਕਰ ਕੀਤਾ ਕਿ ਜਦੋਂ ਵੀ ਇਹ ਇਨਸਾਨ ਉਸ ਅਵਸਥਾ ਨੂੰ ਪ੍ਰਾਪਤ ਕਰੇਗਾ, ਉਸ ਅਵਸਥਾ ਨੂੰ ਜਾਣੇਗਾ, ਕਹਿੰਦੇ ਜਿੰਨਾ ਚਿਰ ਇਹ ਬਾਣੀ ਨੂੰ ਗਿਆਨ ਰੂਪੀ, ਜਿਸ ਤਰ੍ਹਾਂ ਭਗਵਾਨ ਵਾਲਮੀਕ ਜੀ ਨੇ ਸੂਰਜ ਆਖਿਆ ਨਾ, ਰੋਸ਼ਨੀ ਆਖਿਆ, ਲਾਈਟ ਆਖਿਆ, ਉਸ ਲਾਈਟ ਤੋਂ ਫਾਇਦਾ ਨਹੀਂ ਉਠਾ ਸਕਦਾ ਤੇ ਫਿਰ ਉਹ ਇਨਸਾਨ ਜਾਣ ਨਹੀਂ ਸਕੇਗਾ। ਇਸ ਕਰਕੇ ਭਗਵਾਨ ਵਾਲਮੀਕ ਜੀ ਨੇ ਕੀ ਫਰਮਾਇਆ, ਕਹਿੰਦੇ ਜੀ ਪ੍ਰਮਾਤਮਾ ਦੇ ਘਰ ਦਾ ਗਿਆਨ ਬਾਣੀ ਉੱਪਰ ਵਿਚਾਰ ਕਰਨ ਨਾਲ ਪ੍ਰਾਪਤ ਹੁੰਦਾ। ਆਪਾਂ ਸਿਰਫ ਵਿਚਾਰ ਹੀ ਕਰ ਰਹੇ, ਆਪਣਾ ਕੋਈ ਐਕਸਪੀਰੀਅੰਸ ਨਹੀਂ ਕਿ ਆਪਾਂ ਕਿਸੇ ਨੂੰ ਕਹਿ ਦਈਏ ਕਿ ਜੀ ਤੁਸੀਂ ਗਲਤ ਆ ਤੇ ਅਸੀਂ ਜਿਹੜੇ ਉਹ ਜ਼ਿਆਦਾ ਠੀਕ ਆ। ਨਹੀਂ, ਸਿਰਫ ਆਪਾਂ ਵਿਚਾਰ ਕਰ ਰਹੇ ਬਾਣੀ ਦੀ ਕਸਵੱਟੀ ਦੇ ਅਨੁਸਾਰ, ਗੁਰਬਾਣੀ ਦੇ ਮਾਪਦੰਡ ਦੇ ਅਨੁਸਾਰ ਕਿ ਭਗਵਾਨ ਵਾਲਮੀਕ ਜੀ ਪੂਰਨ ਸੰਤ ਸਤਿਗੁਰੂ ਇਨਸਾਨ ਦੇ ਜਾਮੇ ਵਿੱਚ ਇਸ ਦੁਨੀਆ ਦੇ ਅੰਦਰ ਆਏ। ਇਸ ਕਰਕੇ ਇਹ ਜਿੰਨੇ ਵੀ ਰਿਸ਼ੀ ਜਾਂ ਮਹਾਰਿਸ਼ੀਆਂ ਦੀ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ, ਉਨ ਕਿਸ ਚੀਜ਼ ਦੇ ਸ਼ਿਕਾਰ ਹੋ ਗਏ, ਕਹਿੰਦੇ ਜੀ ਜਿਸ ਤਰ੍ਹਾਂ ਆਪਾਂ ਕਹਿ ਲਈਏ ਕਿ ਕਾਮ ਦੇ ਸ਼ਿਕਾਰ ਆ, ਕ੍ਰੋਧ ਦੇ ਸ਼ਿਕਾਰ ਆ, ਇਸੇ ਤਰ੍ਹਾਂ ਵੱਖਰੇ ਵੱਖਰੇ ਅਵਗੁਣ ਜਿਹੜੇ ਉਹ ਉਹਨਾਂ ਦੇ ਆਪਾਂ ਸ਼ਿਕਾਰ ਆਖ ਸਕਦੇ। ਇਸ ਕਰਕੇ ਜਿਸ ਤਰ੍ਹਾਂ ਆਪਾਂ ਕਹਿ ਲਈਏ ਡਾਕਟਰ ਮੰਜਰਾ ਸਹਿਦੇਵ ਦੀ ਆਪਾਂ ਗੱਲ ਕਰ ਲਈਏ, ਜਾਂ ਡਾਕਟਰ ਰਵਿੰਦਰ ਕੌਰ ਚੇਅਰਪਰਸਨ ਪੰਜਾਬੀ ਵਾਲਮੀਕੀ ਚੇਅਰਪਰਸਨ ਪੰਜਾਬੀ ਯੂਨੀਵਰਸਿਟੀ ਪਟਿਆਲਾ, ਉਹਨਾਂ ਨੇ ਵੀ ਆਪਣੀਆਂ ਕੁਝ ਰਚਨਾਵਾਂ ਲਿਖੀਆਂ ਤੇ ਜਿਨ੍ਹਾਂ ਦੇ ਅੰਦਰ ਉਹਨਾਂ ਨੇ ਭਗਵਾਨ ਵਾਲਮੀਕੀ ਜਿਹੜੇ ਆ ਉਹਨਾਂ ਨੂੰ ਮਹਾਰਿਸ਼ੀ ਕਰਕੇ ਲਿਖਿਆ, ਜਾਂ ਕਿਸੇ ਨੇ ਉਹਨਾਂ ਨੂੰ ਕਵੀ ਕਰਕੇ ਜਿਹੜਾ ਉਹ ਵਰਣਨ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਸਵਾਲ ਇਸ ਚੀਜ਼ ਦਾ ਕਿ ਬਈ ਫਿਰ ਆਪਾਂ ਅਜੇ ਉਹਨਾਂ ਦੀ ਜਿਹੜੀ ਬਾਣੀ ਆ ਨਾ ਉਸ ਨੂੰ ਵਿਚਾਰਿਆ ਹੀ ਨਹੀਂ। ਜੇਕਰ ਬਾਣੀ ਨੂੰ ਵਿਚਾਰਿਆ ਹੀ ਨਹੀਂ ਤੇ ਫਿਰ ਆਪਾਂ ਫੈਸਲਾ ਨਹੀਂ ਕਰ ਸਕਦੇ ਕਿ ਭਗਵਾਨ ਵਾਲਮੀਕ ਜੀ ਕਿਸ ਅਵਸਥਾ ਜਿਹੜੀ ਉਹ ਉਸ ਦੇ ਮਾਲਕ ਸਨ। ਭਾਈ ਸਾਹਿਬ ਜੀ, ਆਪ ਜੀ ਨੇ ਕਾਫੀ ਵਿਸਥਾਰ ਵਿੱਚ ਜ਼ਿਕਰ ਕੀਤਾ ਕਿ ਬਾਣੀ ਦੀ ਕਸਵੱਟੀ ਅਨੁਸਾਰ, ਜਿਸ ਤਰ੍ਹਾਂ ਸਤਿਗੁਰੂ ਕਬੀਰ ਸਾਹਿਬ ਜੀ ਨੇ ਫਰਮਾਇਆ, ਕਾਮੀ ਕ੍ਰੋਧੀ ਲਾਲਚੀ ਇਨਸੇ ਭਗਤ ਨਾ ਹੋਏ, ਭਗਤੀ ਕਰੇ ਕੋਈ ਸੂਰਮਾ, ਜਾਤ ਬਰਨ ਕੁਲ ਖੋਏ। ਇਸ ਕਰਕੇ ਬਾਣੀ ਦੀ ਕਸਵੱਟੀ ਅਨੁਸਾਰ ਆਪਾਂ ਬਿਨਾਂ ਸ਼ੱਕ ਤੋਂ, ਬਿਨਾਂ ਕਿਸੇ ਦੇ ਸੰਦੇਹ ਤੋਂ ਇਹ ਗੱਲ ਆਖ ਸਕਦੇ ਹਾਂ ਕਿ ਭਗਵਾਨ ਵਾਲਮੀਕ ਜੀ ਨਾ ਤਾਂ ਰਿਸ਼ੀ ਸਨ ਅਤੇ ਨਾ ਹੀ ਮਹਾਰਿਸ਼ੀ। ਭਾਈ ਸਾਹਿਬ ਜੀ, ਜਿਸ ਤਰ੍ਹਾਂ ਅਸੀਂ ਵੀ ਕਈ ਵਾਰ ਇਹ ਗੱਲ ਸੁਣਦੇ ਹਾਂ ਕਿ ਉਸ ਸਮੇਂ ਭਾਸ਼ਾ ਹੀ ਇਸ ਤਰ੍ਹਾਂ ਦੀ ਸੀ, ਮੈਂ ਬੇਨਤੀ ਕਰਾਂ ਭਾਸ਼ਾ ਦਾ ਸੰਬੰਧ ਇਨਸਾਨ ਦੀ ਬਾਹਰਲੀ ਵਿੱਦਿਆ ਨਾਲ ਆਖਿਆ ਜਾ ਸਕਦਾ। ਗੁਰੂ ਸਾਹਿਬਾਨ ਦੀ ਜ਼ਿੰਦਗੀ ਆਪਾਂ ਪੜ੍ਹ ਕੇ ਦੇਖੀਏ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਿੱਸਾ ਹੈ, ਸ਼ਾਇਦ ਹੀ ਕੋਈ 5 ਜਮਾਤਾਂ ਤੋਂ ਵੱਧ ਪਾਸ ਹੋਵੇਗਾ। ਸਤਿਗੁਰੂ ਕਬੀਰ ਸਾਹਿਬ ਜੀ, ਸਤਿਗੁਰੂ ਰਵਿਦਾਸ ਜੀ ਜਾਂ ਫਿਰ ਸਤਿਗੁਰੂ ਨਾਮਦੇਵ ਜੀ ਨੇ ਕਿਸੇ ਵੀ ਯੂਨੀਵਰਸਿਟੀ ਤੋਂ ਵਿੱਦਿਆ ਪ੍ਰਾਪਤ ਨਹੀਂ ਕੀਤੀ। ਆਪਾਂ ਆਖ ਸਕਦੇ ਹਾਂ ਕਿ ਬਾਣੀ ਉਹਨਾਂ ਦਾ ਆਪਣਾ ਅਨੁਭਵ ਜਾਂ ਫਿਰ ਨਿੱਜੀ ਤਜਰਬਾ ਆਖਿਆ ਜਾ ਸਕਦਾ। ਭਾਈ ਸਾਹਿਬ ਜੀ, ਸਮਾਂ ਆਪਣੀ ਰਫ਼ਤਾਰ ਨਾਲ ਤੁਰਿਆ ਜਾ ਰਿਹਾ। ਅੱਜ ਦੇ ਇਸ ਵਿਸ਼ੇ ਸੰਬੰਧੀ ਕਿ ਭਗਵਾਨ ਵਾਲਮੀਕ ਜੀ ਦੀ ਬਾਣੀ ਬਾਰੇ ਬਹੁਤ ਕੁਝ ਲਿਖਿਆ ਗਿਆ ਜਾਂ ਫਿਰ ਲਿਖਿਆ ਜਾ ਰਿਹਾ ਹੈ। ਜਿਸ ਤਰ੍ਹਾਂ ਮੋਕਸ਼ਾ ਗਿਆਨ ਸਾਗਰ
ਡਾਕਟਰ ਮੰਜਲਾ ਸਹਿਦੇਵ ਜਾਂ ਫਿਰ ਡਾਕਟਰ ਰਵਿੰਦਰ ਕੌਰ ਵਾਲਮੀਕੀ ਚੇਅਰਪਰਸਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵੀ ਆਪਣੀਆਂ ਰਚਨਾਵਾਂ ਵਿੱਚ ਭਗਵਾਨ ਵਾਲਮੀਕ ਜੀ ਬਾਰੇ ਲਿਖਿਆ ਹੈ, ਜੋ ਕਿ ਉਹਨਾਂ ਦੀ ਬਾਣੀ ਨਾਲ ਇਨਸਾਫ ਕੀਤਾ ਨਹੀਂ ਜਾਪਦਾ। ਆਪ ਇਸ ਬਾਰੇ ਜੋ ਲੱਖਾਂ ਦੀ ਗਿਣਤੀ ਵਿੱਚ ਸੰਗਤ ਕਾਂਸ਼ੀ ਟੈਲੀਵਿਜ਼ਨ ਦੇਖ ਰਹੀ ਹੈ, ਬਾਣੀ ਦੇ ਆਸ਼ੇ ਅਨੁਸਾਰ ਆਪ ਕੀ ਕਹਿਣਾ ਚਾਹੁੰਦੇ? ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਆਪਾਂ ਵਿਚਾਰ ਕਰ ਚੁੱਕੇ ਉਹਨਾਂ ਅਵਗੁਣਾਂ ਦੇ ਸੰਬੰਧ ਦੇ ਵਿੱਚ ਕਿ ਜਿਨ੍ਹਾਂ ਦੇ ਅੰਦਰ ਉਹ ਅਵਗੁਣ ਮਨ ਦੇ ਵਿਕਾਰਾਂ ਦੀ ਗੱਲ ਕਰ ਗਏ, ਉਹਨਾਂ ਇਨਸਾਨਾਂ ਨੂੰ ਆਪਾਂ ਪੂਰਨ ਸੰਤ ਸਤਿਗੁਰੂ ਜਿਹੜੇ ਉਹ ਨਹੀਂ ਆਖ ਸਕਦੇ, ਕਿਉਂਕਿ ਬਾਹਰਲੀ ਵਿਦਿਆ ਜਿਹੜੀ ਇਸ ਦਾ ਸੰਬੰਧ ਜਿਹੜਾ ਆਪਾਂ ਗਿਆਨ ਦੇ ਨਾਲ ਕਰ ਸਕਦੇ, ਲੇਕਿਨ ਉਹਨਾਂ ਮਹਾਤਮਾ ਦਾ ਆਪਾਂ ਜਾਤੀ ਤਜਰਬਾ ਕਹਿ ਲਈਏ, ਐਕਸਪੀਰੀਅੰਸ ਕਹਿ ਲਈਏ, ਨਿੱਜੀ ਅਨੁਭਵ ਕਹਿ ਲਈਏ, ਉਹਨਾਂ ਨੇ ਜਿਹੜੀ ਵੀ ਗੱਲ ਇਸ ਇਨਸਾਨ ਵਾਸਤੇ ਲਿਖੀ ਆ ਨਾ, ਉਸ ਨੂੰ ਉਹਨਾਂ ਦਾ ਆਪਾਂ ਜਾਤੀ ਤਜਰਬਾ ਜਿਹੜਾ ਉਹ ਆਖ ਸਕਦੇ। ਆਪਾਂ ਬਾਹਰਲੀ ਉਦਾਹਰਨ ਲੈ ਕੇ ਦੇਖ ਸਕਦੇ ਕਿ ਇੱਕ ਇਹ ਇਨਸਾਨ ਵਿਚਾਰ ਕਰਦਾ, ਜਦੋਂ ਕੋਈ ਚੀਜ਼ ਇਹ ਖਾਵੇਗਾ ਨਾ, ਮੂੰਹ ਵਿੱਚ ਪਾਵੇਗਾ, ਤੇ ਫਿਰ ਇਹ ਇਸ ਚੀਜ਼ ਦਾ ਖਿਆਲ ਕਰੇਗਾ ਕਿ ਉਹ ਚੀਜ਼ ਜਿਹੜੀ ਉਹ ਸ਼ੁੱਧ ਹੋਣੀ ਚਾਹੀਦੀ। ਜੇਕਰ ਸ਼ੁੱਧ ਨਹੀਂ ਹੋਵੇਗੀ ਤੇ ਇਸ ਇਨਸਾਨ ਦੇ ਸਰੀਰ ਦੇ ਅੰਦਰ ਜਾ ਕੇ ਉਹ ਵਿਕਾਰ ਪੈਦਾ ਕਰ ਸਕਦੀ, ਬਿਮਾਰੀ ਕੋਈ ਨਾ ਕੋਈ ਜਿਹੜੀ ਉਹ ਪੈਦਾ ਕਰ ਸਕਦੀ। ਇਸੇ ਤਰ੍ਹਾਂ ਮਹਾਤਮਾ ਨੇ ਆਪਣੇ ਜਾਤੀ ਤਜਰਬੇ ਦੇ ਅਨੁਸਾਰ ਉਸ ਚੀਜ਼ ਨੂੰ ਆਪਣੇ ਸਾਹਮਣੇ ਲੈ ਕੇ ਆਂਦਾ ਕਿ ਵੀ ਜਿਹੜੀ ਚੀਜ਼ ਇਸ ਇਨਸਾਨ ਦੇ ਇੰਦਰੀਆਂ ਰਾਹੀਂ ਇਸ ਇਨਸਾਨ ਦੇ ਅੰਦਰ ਐਂਟਰ ਹੋਵੇਗੀ, ਦਾਖਲ ਹੋਵੇਗੀ, ਉਹ ਇਨਸਾਨ ਦੇ ਅਨੁਸਾਰ ਇਸ ਇਨਸਾਨ ਦਾ ਜਿਹੜਾ ਉਹ ਮਨ ਬਣੇਗਾ, ਮਨ ਦੇ ਅਨੁਸਾਰ ਇਹ ਇਨਸਾਨ ਵਿਚਰੇਗਾ। ਜਦੋਂ ਇਹ ਇਨਸਾਨ ਮਨ ਦੀ ਕਹੀ ਹੋਈ ਗੱਲ ਦੇ ਅਨੁਸਾਰ ਵਿਚਰੇਗਾ ਤੇ ਫਿਰ ਉਸ ਦਾ ਅਸਰ ਹੋਣਾ ਜਿਹੜਾ ਉਹ ਜ਼ਰੂਰੀ। ਜਿਸ ਤਰ੍ਹਾਂ ਭੈਣ ਜੀ ਜ਼ਿਕਰ ਕਰ ਗਏ, ਕਾਮੀ, ਕ੍ਰੋਧੀ, ਲਾਲਚੀ ਇਨ ਸੇ ਭਗਤ ਨਾ ਹੋਏ। ਕਹਿੰਦੇ ਇਹਨਾਂ ਦੇ ਵਿੱਚੋਂ ਕਹਿੰਦੇ ਵੀ ਜਿਸ ਇਨਸਾਨ ਦੇ ਅੰਦਰ ਇਹ ਵਿਕਾਰਿਆ, ਕਹਿੰਦੇ ਉਹ ਇਨਸਾਨ ਜਿਹੜੇ ਉਹ ਭਗਤ ਨਹੀਂ ਹੋ ਸਕਦੇ। ਹੁਣ ਆਪਾਂ ਗੱਲ ਕਰਾਂਗੇ, ਜਿਸ ਤਰ੍ਹਾਂ ਆਪਾਂ ਥੋੜਾ ਜਿਹਾ ਜ਼ਿਕਰ ਕਰ ਚੁੱਕੇ ਕਿ ਇਹਨਾਂ ਦੇ ਅੰਦਰ ਉਹ ਵਿਕਾਰ, ਜਿਸ ਤਰ੍ਹਾਂ ਕਾਮ ਦੀ ਆਪਾਂ ਗੱਲ ਕਰ ਲੈਨੇ। ਦੂਸਰੀ ਚੀਜ਼ ਜਿਸ ਨੂੰ ਆਪਾਂ ਕ੍ਰੋਧ ਆਖ ਸਕਦੇ, ਜਿਸ ਤਰ੍ਹਾਂ ਆਪਾਂ ਬ੍ਰਹਮਾ ਜੀ ਦੀ ਗੱਲ ਕਰ ਚੁੱਕੇ, ਇਸੇ ਤਰ੍ਹਾਂ ਆਪਾਂ ਹੋਰ ਰਿਸ਼ੀ ਜਿਹੜੇ ਸਨ ਉਹਨਾਂ ਦੇ ਬਾਰੇ ਵਿੱਚ ਵੱਖਰੇ ਵੱਖਰੇ ਟੌਪਿਕ ਦੇ ਉੱਪਰ ਜਿਹੜੀ ਉਹ ਗੱਲ ਕਰ ਚੁੱਕੇ। ਆਪਾਂ ਗੱਲ ਕਰ ਰਹੇ ਦੂਸਰਾ ਅਵਗੁਣ ਜਿਸ ਨੂੰ ਕ੍ਰੋਧ ਆਖਿਆ, ਕਿ ਵੀ ਪੂਰਨ ਸੰਤ ਸਤਿਗੁਰੂ ਦੇ ਅੰਦਰ ਕਦੇ ਇਹ ਚੀਜ਼ ਵੇਖਣ ਵਾਸਤੇ ਨਹੀਂ ਮਿਲੇਗੀ, ਲੇਕਿਨ ਇਹ ਜਿੰਨੇ ਵੀ ਰਿਸ਼ੀ ਜਾਂ ਮਹਾਰਿਸ਼ੀ ਹੋਏ ਉਹਨਾਂ ਦੇ ਅੰਦਰ ਆਪਾਂ ਨੂੰ ਇਹ ਚੀਜ਼ ਜਿਹੜੀ ਉਹ ਮਿਲੇਗੀ। ਆਪਾਂ ਦਰਵਾਸ਼ਾ ਰਿਸ਼ੀ ਦੀ ਗੱਲ ਕਰ ਲੈਨੇ। ਆਪਾਂ ਨੂੰ ਪਤਾ ਕਿ ਇਹ ਜਿਹੜੇ ਦਰਵਾਸ਼ਾ ਜੀ ਸਨ ਇਹ ਬੜੇ ਕ੍ਰੋਧੀ ਸਨ, ਤੇ ਲਿਖਤ ਵਿੱਚ ਇਸ ਤਰ੍ਹਾਂ ਮਿਲਦਾ ਕਿ ਜਾਦਵ ਕੁਲ ਦੇ ਕੁਝ ਲੜਕੇ ਇਕੱਠੇ ਹੋ ਕੇ ਉਹਨਾਂ ਨੇ ਇੱਕ ਲੜਕੇ ਦੇ ਲੜਕੀਆਂ ਵਾਲੇ ਪਵਾਏ ਕੱਪੜੇ, ਉਸ ਦੇ ਪੇਟ ਦੇ ਉੱਪਰ ਬੰਨ੍ਹ ਦਿੱਤੀ ਬਾਟੀ, ਤੇ ਇਸ ਜਿਹੜੇ ਇਹ ਦਰਵਾਸ਼ਾ ਰਿਸ਼ੀ ਸਨ ਇਹਨਾਂ ਦੇ ਕੋਲ ਚਲੇ ਗਏ ਤੇ ਇਹਨਾਂ ਨੂੰ ਕਹਿਣ ਲੱਗੇ, ਮਹਾਤਮਾ ਜੀ ਤੁਸੀਂ ਜਾਣੀ ਜਾਣਿਓ, ਦੱਸੋ ਕਿ ਇਸ ਲੜਕੀ ਦੇ ਪੇਟ ਵਿੱਚੋਂ ਲੜਕਾ ਪੈਦਾ ਹੋਵੇਗਾ ਜਾਂ ਲੜਕੀ ਪੈਦਾ ਹੋਵੇਗੀ। ਦਰਵਾਸ਼ਾ ਜੀ ਜਾਣਦੇ ਸਨ ਕਿ ਇਹ ਮੈਨੂੰ ਮਖੌਲ ਕਰ ਰਿਹਾ ਹੈ, ਲੇਕਿਨ ਉਹਨਾਂ ਨੇ ਉੱਥੇ ਫਿਰ ਸਰਾਪ ਦੇ ਦਿੱਤਾ, ਕਹਿਣ ਲੱਗੇ ਜੀ ਇਸ ਦੇ ਪੇਟ ਵਿੱਚੋਂ ਉਹ ਪੈਦਾ ਹੋਵੇਗਾ ਜਿਹੜਾ ਤੁਹਾਡੀ ਕੁੱਲ ਜਿਹੜੀ ਹੈ ਨਾ ਉਸ ਦਾ ਜਿਹੜਾ ਉਹ ਨਾਸ਼ ਕਰ ਦੇਵੇ। ਇਸ ਨੂੰ ਆਪਾਂ ਸਾਖੀ ਸਮਝ ਲਈਏ, ਲੇਕਿਨ ਇਹ ਜਿਹੜੀ ਵਾਰਤਾ ਦੀ ਆਪਾਂ ਗੱਲ ਕਰ ਰਹੇ, ਸਤਿਗੁਰੂ ਨਾਮਦੇਵ ਜੀ ਨੇ ਆਪਣੀ ਬਾਣੀ ਦੇ ਅੰਦਰ ਇਸ ਰੈਫਰੈਂਸ ਦਿੱਤਾ, ਕਹਿੰਦੇ ਦਰਵਾਸਾ ਸਿਉ ਕਰਤ ਰਗੌਰੀ ਯਾਦਵ ਇਹ ਫਲ ਪਾਏ। ਤੀਸਰੇ ਅਵਗੁਣ ਦੀ ਆਪਾਂ ਗੱਲ ਕਰ ਰਹੇ, ਉਹ ਅਵਗੁਣ ਪੂਰਨ ਮਹਾਤਮਾ ਦੇ ਅੰਦਰ ਜਿਹੜਾ ਉਹ ਆਪਾਂ ਨੂੰ ਨਹੀਂ ਮਿਲੇਗਾ। ਜਿਸ ਤਰ੍ਹਾਂ ਕਾਮੀ, ਕ੍ਰੋਧੀ, ਲਾਲਚੀ, ਮਾਣ ਵਡਿਆਈ ਦੀ ਗੱਲ, ਵੱਡੇ ਬਣਨ ਦੀ ਗੱਲ, ਆਪਣੇ ਆਪ ਨੂੰ ਉੱਚਾ ਦਿਖਾਉਣ ਦੀ ਗੱਲ, ਦੂਸਰਿਆਂ ਨੂੰ ਨੀਵਾਂ ਦਿਖਾਉਣ ਦੀ ਗੱਲ ਜਿਹੜੀ
ਆਪਾਂ ਉਸ ਦੇ ਪ੍ਰਤੀ ਜਿਹੜੀ ਉਹ ਗੱਲ ਕਰਨਾ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੀ ਆਪਾਂ ਗੱਲ ਕਰ ਲੈਨੇ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਅੰਦਰ ਜ਼ਿਕਰ ਕੀਤਾ ਜੀ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੁਝਿਆ ਮੀਤ ਹਮਾਰਾ ਸੋਏ। ਕਹਿੰਦੇ ਉਹ ਮੇਰਾ ਮਿੱਤਰ ਆ ਜਿਸ ਨੇ ਕਹਿੰਦੇ ਆਪਣੇ ਆਪ ਨੂੰ ਇਹੋ ਜੀ ਅਵਸਥਾ ਜਿਹੜੀ ਉਸ ਦੇ ਵਿੱਚ ਕਹਿੰਦੇ ਬਈ ਪਹੁੰਚਾ ਲਿਆ। ਲੇਕਿਨ ਮਾਣ ਵਡਿਆਈ ਦੀ ਗੱਲ ਕਰਦੇ ਹੋਏ ਆਪਾਂ ਉਹਨਾਂ ਰਿਸ਼ੀਆਂ ਦੀ ਗੱਲ ਕਰ ਰਹੇ ਹਾਂ, ਉਹਨਾਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਦੀ ਲੋਕ ਪੂਜਾ ਕਰਦੇ। ਆਪਾਂ ਉਹਨਾਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੂੰ ਲੋਕ ਮਹਾਤਮਾ ਕਹਿੰਦੇ। ਅੱਜ ਜਿਸ ਤਰ੍ਹਾਂ ਵਿਸ਼ਿਸ਼ਟ ਜੀ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਹਾਂ, ਤੇ ਵਿਸ਼ਵਾਮਿੱਤਰ ਰਾਮਚੰਦਰ ਜੀ ਦੇ ਇੱਕ ਕਮਾਂਡਰ ਇਨ ਚੀਫ ਸਨ। ਲੇਕਿਨ ਕਦੇ ਕਿਸੇ ਨੇ ਲਿਖਤ ਵਿੱਚ ਜਿਹੜਾ ਜਾਂ ਕਿਸੇ ਸਟੇਜ ਦੇ ਉੱਪਰ ਆ ਕੇ ਇਹ ਗੱਲ ਜਿਹੜੀ ਉਹ ਨਹੀਂ ਕੀਤੀ। ਦੋਹਾਂ ਦੇ ਵਿੱਚ ਝਗੜਾ ਰਿਹਾ ਔਰ ਸਾਰੀ ਜ਼ਿੰਦਗੀ ਝਗੜਾ ਰਿਹਾ। ਉਸ ਝਗੜੇ ਦਾ ਕਾਰਨ ਜਿਹੜਾ ਆਪਾਂ ਜੇਕਰ ਵੇਦਾਂ ਦੇ ਅੰਦਰ ਪੜ੍ਹ ਕੇ ਵੇਖੀਏ ਜਾਂ ਵੱਖਰੇ ਵੱਖਰੇ ਧਾਰਮਿਕ ਗ੍ਰੰਥਾਂ ਦੇ ਅੰਦਰ ਪੜ੍ਹ ਕੇ ਵੇਖੀਏ ਤੇ ਇਹ ਜਿਹੜੇ ਵਿਸ਼ਵਾਮਿੱਤਰ ਜੀ ਸਨ ਇਹ ਕਸ਼ਤਰੀ ਸਨ ਤੇ ਜਿਹੜੇ ਵਿਸ਼ਿਸ਼ਟ ਜੀ ਸਨ ਇਹ ਬ੍ਰਾਹਮਣ ਸਨ। ਇਸ ਕਰਕੇ ਇਸ ਪੱਖ ਤੋਂ ਇਹਨਾਂ ਦਾ ਝਗੜਾ ਰਿਹਾ। ਦੂਸਰਾ, ਕਿਉਂਕਿ ਜਿਹੜੀ ਨੰਦਨੀ ਗਊ ਜਿਸ ਨੂੰ ਆਪਾਂ ਕਾਮਤਿਨ ਗਊ ਕਹਿੰਦੇ ਆ, ਇਹ ਵਿਸ਼ਵਾਮਿੱਤਰ ਜਿਹੜੇ ਸਨ ਇਹ ਵਿਸ਼ਿਸ਼ਟ ਦੇ ਕੋਲੋਂ ਲੈਣਾ ਚਾਹੁੰਦੇ ਸਨ, ਲੇਕਿਨ ਉਹ ਇਸ ਨੂੰ ਦੇਣਾ ਨਹੀਂ ਸਨ ਚਾਹੁੰਦੇ। ਇਸ ਕਰਕੇ ਇਹਨਾਂ ਦਾ ਝਗੜਾ ਜਿਹੜਾ ਉਹ ਸਾਰੀ ਜ਼ਿੰਦਗੀ ਰਿਹਾ। ਲੇਕਿਨ ਆਪਾਂ ਥੋੜੀ ਜਿਹੀ ਵਿਚਾਰ ਕਰਾਂਗੇ ਇਸ ਦੇ ਪ੍ਰਤੀ। ਭਗਵਾਨ ਵਾਲਮੀਕ ਜੀ ਦੀ ਬਾਣੀ ਦੇ ਅਨੁਸਾਰ, ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਕਿ ਕਸਵੱਟੀ ਲਗਾਉਣੀ ਪਵੇਗੀ, ਦੇਖਣਾ ਪਵੇਗਾ ਕਿ ਭਗਵਾਨ ਵਾਲਮੀਕ ਜੀ ਦੀ ਜਿਹੜੀ ਬਾਣੀ ਆ ਨਾ ਉਹ ਆਪਾਂ ਨੂੰ ਕਿਸ ਪਾਸੇ ਲਿਜਾ ਰਹੇ ਜਾਂ ਉਹ ਮਹਾਤਮਾ ਕਿਸ ਅਵਸਥਾ ਦੇ ਜਿਹੜੇ ਉਹ ਮਾਲਕ ਸਨ। ਨਿਰਵਾਣ ਪ੍ਰਕਰਨ ਸਰਗ 131 ਜਿਹੜਾ ਕਿ ਪੰਨਾ 293 ਦੇ ਉੱਪਰ ਆ ਜੀ, ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਜ਼ਿਕਰ ਕੀਤਾ। ਕਹਿੰਦੇ ਜਿਸ ਮਨੁੱਖ ਨੇ ਇੰਦਰੀਆਂ ਨੂੰ ਵਸ ਵਿੱਚ ਕੀਤਾ ਉਸ ਦਾ ਪੂਜਨ ਸਾਰੇ ਦੇਵਤੇ ਕਰਦੇ ਹਨ ਤੇ ਉਸ ਦੇ ਦਰਸ਼ਨਾਂ ਦੀ ਇੱਛਾ ਰੱਖਦੇ ਹਨ। ਭਗਵਾਨ ਵਾਲਮੀਕ ਜੀ ਨੇ ਇੰਦਰੀਆਂ ਨੂੰ ਵਸ ਕਰਨ ਦੀ ਗੱਲ ਆਪਣੀ ਬਾਣੀ ਦੇ ਅੰਦਰ ਲਿਖੀ। ਇਹ ਜਿੰਨੇ ਵੀ ਰਿਸ਼ੀ ਜਾਂ ਮਹਾਰਿਸ਼ੀ ਹੋਏ ਆਪਣੀਆਂ ਇੰਦਰੀਆਂ ਨੂੰ ਵਸ ਜਿਹੜਾ ਉਹ ਨਹੀਂ ਕਰ ਸਕੇ। ਦੂਸਰੀ ਕੜੀ ਵਿੱਚ ਭਗਵਾਨ ਵਾਲਮੀਕ ਜੀ ਨੇ ਲਿਖਿਆ, ਕਹਿੰਦੇ ਜਿਸ ਨੇ ਇੰਦਰੀਆਂ ਨੂੰ ਵਸ ਕੀਤਾ ਉਹ ਸਮੇਰ ਪਰਬਤ ਦੀ ਤਰ੍ਹਾਂ ਗੰਭੀਰਤਾ ਦੇ ਵਿੱਚ ਸਥਿਤ ਆ। ਸਮੇਰ ਪਰਬਤ ਦੀ ਗੱਲ ਜਿਹੜੀ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਵਿੱਚ ਕੀਤੀ ਕਿ ਉਸ ਦਾ ਜਿਹੜਾ ਜੀਵਨ ਆ ਨਾ, ਸੰਤ ਦਾ ਜਿਹੜਾ ਜੀਵਨ ਆ ਉਹ ਇੱਕ ਸਮੇਰ ਪਰਬਤ ਦੀ ਤਰ੍ਹਾਂ ਹੋਵੇਗਾ। ਤੂਫਾਨ ਆ ਜਾਏ ਨਾ ਸਮੁੰਦਰ ਦੇ ਵਿੱਚ, ਲੇਕਿਨ ਭਗਵਾਨ ਵਾਲਮੀਕ ਜੀ ਕਹਿੰਦੇ ਉਹ ਜਿਹੜਾ ਸਮੇਰ ਪਰਬਤ ਆ ਉਸ ਨੂੰ ਨਹੀਂ ਹਿਲਾ ਸਕਦਾ। ਕਾਮ ਦੀ ਇੱਕ ਅੰਧੇਰੀ ਆਈ, ਜਿੰਨੇ ਰਿਸ਼ੀ ਔਰ ਮਹਾਰਿਸ਼ੀ ਸਨ ਉਸ ਅੰਧੇਰੀ ਦੇ ਵਿੱਚ ਵਹਿ ਗਏ, ਲੇਕਿਨ ਭਗਵਾਨ ਵਾਲਮੀਕ ਜੀ ਕਹਿੰਦੇ ਸਮੇਰ ਪਰਬਤ ਦੀ ਤਰ੍ਹਾਂ ਉਹ ਹੋਵੇਗਾ। ਤੀਸਰੀ ਕੜੀ ਵਿੱਚ ਭਗਵਾਨ ਵਾਲਮੀਕ ਜੀ ਨੇ ਫਰਮਾਇਆ, ਕਹਿੰਦੇ ਭਾਵੇਂ ਕੋਈ ਵੱਡਾ ਮਹੰਤ ਆ, ਜੇਕਰ ਉਸਨੇ ਇੰਦਰੀਆਂ ਨੂੰ ਵਸ ਵਿੱਚ ਨਹੀਂ ਕੀਤਾ ਤੇ ਉਹ ਮਹਾਨੀਚ ਆ। ਕੌਣ ਕਹਿ ਸਕਦਾ? ਜਿਹੜਾ ਉਸ ਅਵਸਥਾ ਦਾ ਜਿਹੜਾ ਉਹ ਮਾਲਕ ਆ। ਅਗਲੀ ਕੜੀ ਦੇ ਵਿੱਚ ਭਗਵਾਨ ਵਾਲਮੀਕ ਜੀ ਨੇ ਇੱਕ ਅਨਮੋਲ ਸ਼ਬਦ ਜਿਹੜਾ ਸਮੁੱਚੀ ਮਾਨਵਤਾ ਦੇ ਵਾਸਤੇ ਲਿਖਿਆ। ਕੀ ਫਰਮਾਇਆ ਭਗਵਾਨ ਵਾਲਮੀਕ ਜੀ ਨੇ? ਕਹਿੰਦੇ ਜੀ ਇਹ ਮੈਂ ਖੋਜ ਕਰਕੇ ਦੇਖਿਆ, ਆਪਣਾ ਜਾਤੀ ਤਜਰਬਾ ਬਿਆਨ ਕਰ ਰਿਹਾ। ਕਦੇ ਕਿਸੇ ਨੇ ਰਿਸ਼ੀ ਨੇ ਆਹ ਚੀਜ਼ ਜਿਹੜੀ ਉਹ ਲਿਖੀ ਕਿ ਮੈਂ ਆਪਣਾ ਜਾਤੀ ਤਜਰਬਾ ਜਿਹੜਾ ਉਹ ਤੁਹਾਡੇ ਸਾਹਮਣੇ ਰੱਖ ਰਿਹਾ। ਭਗਵਾਨ ਵਾਲਮੀਕ ਜੀ ਕਹਿੰਦੇ ਮੈਂ ਆਪਣਾ ਜਾਤੀ ਤਜਰਬਾ ਜਿਹੜਾ ਉਹ ਤੁਹਾਡੇ ਸਾਹਮਣੇ ਰੱਖ ਰਿਹਾ। ਕਹਿੰਦੇ ਮੈਂ ਖੋਜ ਕਰਕੇ ਦੇਖਿਆ ਕਿ ਇੰਦਰੀਆਂ, ਤਪ, ਜਗ, ਵਰਤ, ਤੀਰਥ ਤੇ ਕਿਸੇ ਵੀ ਹੋਰ ਔਸ਼ਧ ਕਹਿੰਦੇ ਦਵਾਈ ਨੂੰ ਕਹਿੰਦੇ ਨਾਲ ਵਸ ਨਹੀਂ ਹੁੰਦੀਆਂ ਤੇ ਨਾ ਹੀ ਇਹਨਾਂ ਦੇ ਵਸ ਕਰਨ ਦਾ ਹੋਰ ਕੋਈ ਉਪਾਅ। ਸਿਰਫ ਜਿਸ ਤਰ੍ਹਾਂ ਆਪਾਂ ਕਹਿ ਦਈਏ ਕਿ ਆ ਪੱਥਰ ਤੇ ਲਕੀਰ ਆ, ਭਗਵਾਨ ਵਾਲਮੀਕ ਜੀ ਕਹਿੰਦੇ ਦੁਨੀਆ ਦੀ ਕੋਈ ਤਾਕਤ ਜਿਹੜੀ ਇਹਨਾਂ ਇੰਦਰੀਆਂ ਨੂੰ ਵਸ ਕਰਨ ਦਾ ਉਪਾਅ ਜਿਹੜਾ ਉਹ ਨਹੀਂ ਦੱਸ ਸਕਦੀ। ਕੌਣ ਦੱਸੇਗਾ? ਕਹਿੰਦੇ ਸਿਰਫ ਸੰਤਾਂ ਦੀ ਸੰਗਤ ਕਰਕੇ ਜਦ ਵਾਸ਼ਨਾ ਛੱਡੇ
ਤਦ ਵਸ ਵਿੱਚ ਆਉਂਦੀਆਂ ਹਨ। ਤੇ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਸੰਤਾਂ ਦੀ ਗੱਲ ਕਰਦੇ ਹੋਏ ਆਪਣੀ ਬਾਣੀ ਦੇ ਵਿੱਚ ਕੀ ਫਰਮਾਇਆ? ਭਗਵਾਨ ਵਾਲਮੀਕ ਜੀ ਨੇ ਤ੍ਰੇਤਾ ਯੁੱਗ ਦੇ ਅੰਦਰ ਸੰਤ ਦੀ ਗੱਲ ਕੀਤੀ, ਸਾਧੂ ਦੀ ਗੱਲ ਕੀਤੀ, ਸੰਸਾਰ ਸਮੁੰਦਰ ਨੂੰ ਤਰਨ ਦੀ ਗੱਲ ਕੀਤੀ। ਕਿਸੇ ਰਿਸ਼ੀ ਜਾਂ ਮਹਾਰਿਸ਼ੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਚੀਜ਼ ਜਿਹੜੀ ਉਸ ਨੂੰ ਸਾਡੇ ਸਾਹਮਣੇ ਲੈ ਕੇ ਨਹੀਂ ਆਉਂਦਾ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਕੀ ਫਰਮਾਇਆ? ਕਹਿੰਦੇ ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ, ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾਂ ਕਾ ਨਾਮ ਬਵੇਕੋ। ਕਹਿੰਦੇ ਉਹ ਭਰਾਵੋ, ਸੰਤ ਦੇ ਵਿੱਚ ਤੇ ਉਸ ਪਰਮਾਤਮਾ ਦੇ ਵਿੱਚ ਕੋਈ ਵੀ ਭਿੰਨ ਔਰ ਭੇਦ ਨਹੀਂ। ਇਸ ਕਰਕੇ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਸਾਧੂ ਦੀ ਮਹਿਮਾ ਕੀਤੀ, ਸੰਤ ਦੀ ਮਹਿਮਾ ਕੀਤੀ। ਗੁਰਮੁਖ ਪਿਆਰਿਓ, ਜਿੰਨੀ ਉਸ ਮਾਲਕ ਨੇ ਆਪਾਂ ਨੂੰ ਬੁੱਧੀ ਬਖਸ਼ੀ ਹੈ ਨਾ, ਉਸ ਦੇ ਅਨੁਸਾਰ ਆਪਾਂ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਕਿ ਭਗਵਾਨ ਵਾਲਮੀਕ ਜੀ ਤ੍ਰੇਤਾ ਯੁੱਗ ਦੇ ਵਿੱਚ ਨਾ ਤੇ ਰਿਸ਼ੀ ਸਨ, ਨਾ ਮਹਾਰਿਸ਼ੀ ਸਨ, ਪੂਰਨ ਸੰਤ ਸਤਿਗੁਰੂ ਸਨ, ਜਿਨ੍ਹਾਂ ਨੇ ਸੰਸਾਰ ਦੇ ਅੰਦਰ ਆ ਕੇ ਆਪਾਂ ਨੂੰ ਇਸ ਸੰਸਾਰ ਨੂੰ ਤਰਨ ਦੀ ਯੁਕਤੀ ਕਹਿ ਲਈਏ, ਢੰਗ ਕਹਿ ਲਈਏ, ਤਰੀਕਾ ਕਹਿ ਲਈਏ, ਸਾਧਨ ਕਹਿ ਲਈਏ, ਉਸ ਦਾ ਵਰਣਨ ਜਿਹੜਾ ਉਹ ਕੀਤਾ। ਹਾਂਜੀ ਗੁਰਮੁਖ ਪਿਆਰਿਓ, ਕਿਸੇ ਵੀ ਚੀਜ਼ ਦੀ ਮਹਾਨਤਾ ਉਸ ਦੀ ਸਮਝ ਉੱਪਰ ਖੜੀ ਹੈ। ਜੇਕਰ ਬਾਣੀ ਆਪਣੀ ਸਮਝ ਵਿੱਚ ਨਹੀਂ ਪਈ ਤਾਂ ਫਿਰ ਆਪਾਂ ਇਸ ਤੋਂ ਪੂਰਾ ਫਾਇਦਾ ਨਹੀਂ ਉਠਾ ਸਕਾਂਗੇ। ਗੁਰੂ ਘਰ ਨੇ ਆਪਣੀ ਬਾਣੀ ਅੰਦਰ ਇੱਕ ਜਗ੍ਹਾ ਤੇ ਫਰਮਾਇਆ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਭਗਵਾਨ ਵਾਲਮੀਕ ਜੀ ਨੇ ਬਾਣੀ ਰੂਪੀ ਅੰਜਨ ਭਾਵ ਬਾਣੀ ਰੂਪੀ ਸੁਰਮਾ ਦਿੱਤਾ ਤਾਂ ਜੋ ਆਪਾਂ ਆਪਣੀਆਂ ਅੱਖਾਂ ਵਿੱਚ ਪਾ ਕੇ ਅਗਿਆਨਤਾ ਦਾ ਅੰਧੇਰਾ ਦੂਰ ਕਰ ਸਕੀਏ। ਗੁਰਮੁਖ ਪਿਆਰਿਓ, ਜੇਕਰ ਦੀਵਾ ਹੀ ਬੁਝਿਆ ਹੋਇਆ ਹੈ ਤਾਂ ਹਜ਼ਾਰਾਂ ਚੀਜ਼ਾਂ ਵਿੱਚੋਂ ਇੱਕ ਵੀ ਦਿਖਾਈ ਨਹੀਂ ਦੇਵੇਗੀ। ਗੁਰਮੁਖ ਪਿਆਰਿਓ, ਭਾਈ ਸਾਹਿਬ ਜੀ ਨੇ ਭਗਵਾਨ ਵਾਲਮੀਕ ਜੀ ਨੇ ਇੱਕ ਸ਼ਬਦ ਵਿੱਚ ਫਰਮਾਇਆ ਕਿ ਉਹ ਹੀ ਤਰੇ ਹਨ ਜਿਨ੍ਹਾਂ ਨੂੰ ਸੰਤਾਂ ਦੀ ਸੰਗਤ ਪ੍ਰਾਪਤ ਹੋਈ। ਗੁਰਮੁਖ ਪਿਆਰਿਓ, ਚਾਨਣਾ ਕੌਣ ਦੇਵੇਗਾ? ਉਹ ਹੀ ਦੇਵੇਗਾ ਜਿਸ ਪਾਸ ਚਾਨਣਾ ਹੋਵੇਗਾ। ਮੁਸ਼ਕਪੁਰ ਕੋਲ ਹੋਵੇ ਤਾਂ ਫਿਰ ਦੱਸਣ ਦੀ ਲੋੜ ਨਹੀਂ ਪੈਂਦੀ। ਸੁਗੰਧੀ ਆਪਣੇ ਆਪ ਦੱਸ ਦੇਵੇਗੀ। ਆਪਾਂ ਆਖ ਸਕਦੇ ਹਾਂ, ਇਸ ਇਨਸਾਨ ਦੀ ਜ਼ਿੰਦਗੀ ਵਿੱਚ ਇੱਕ ਹੀ ਤਿਉਹਾਰ ਹੋ ਸਕਦਾ। ਉਹ ਕੀ ਹੈ? ਜਿਸ ਨੂੰ ਆਪਾਂ ਦੀਵਾਲੀ ਆਖਦੇ ਹਾਂ, ਦੀਵਿਆਂ ਵਾਲੀ ਜਾਂ ਫਿਰ ਦੀਪਾਵਲੀ। ਬਾਹਰ ਤਾਂ ਇਸ ਇਨਸਾਨ ਨੇ ਐਸੇ ਯਤਨ ਕੀਤੇ ਕਿ ਹਜ਼ਾਰਾਂ ਦੀਵੇ ਜਗਾ ਕੇ, ਲਾਈਟਾਂ ਲਗਾ ਕੇ ਮੱਸਿਆ ਨੂੰ ਰੋਸ਼ਨੀ ਵਿੱਚ ਤਬਦੀਲ ਕਰਨ ਵਿੱਚ ਇਹ ਇਨਸਾਨ ਕਾਮਯਾਬ ਹੋ ਗਿਆ। ਪਰ ਇਸ ਇਨਸਾਨ ਦਾ ਜੀਵਨ ਤਾਂ ਮੱਸਿਆ ਹੈ, ਭਾਵ ਅੰਧੇਰੀ ਰਾਤ। ਇਹ ਇਨਸਾਨ ਜੰਮਿਆ ਮੱਸਿਆ ਵਿੱਚ, ਜੀਵਿਆ ਵੀ ਮੱਸਿਆ ਵਿੱਚ ਅਤੇ ਮਰਿਆ ਵੀ ਮੱਸਿਆ ਵਿੱਚ। ਆਪਾਂ ਆਖ ਸਕਦੇ ਹਾਂ ਕਿ ਦੀਵੇ ਨਾਲ ਦੀਵੇ ਨੂੰ ਜਗਾਇਆ ਜਾ ਸਕਦਾ। ਜਗਦਾ ਹੋਇਆ ਦੀਵਾ ਹੀ ਬੁਝੇ ਹੋਏ ਦੀਵੇ ਨੂੰ ਜਗਾਉਂਦਾ। ਗੁਰਮੁਖ ਪਿਆਰਿਓ, ਜਗੇਗਾ ਉਸ ਸਮੇਂ ਜਦੋਂ ਦੀਵੇ ਵਿੱਚ ਤੇਲ ਹੋਵੇਗਾ, ਦੀਵੇ ਵਿੱਚ ਬੱਤੀ ਵੀ ਹੋਵੇਗੀ। ਮੈਨੂੰ ਗੁਰਬਾਣੀ ਦੀ ਇੱਕ ਕੜੀ ਯਾਦ ਆ ਗਈ। ਗੁਰੂ ਘਰ ਨੇ ਫਰਮਾਇਆ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਜੀਵਨ ਰੂਪੀ ਦੀਵੇ ਵਿੱਚ ਸ਼ਰਧਾ ਦਾ ਤੇਲ ਅਤੇ ਪਿਆਰ ਦੀ ਬੱਤੀ ਪਾ ਸਕੀਏ। ਗੁਰਬਾਣੀ ਨੂੰ ਧੰਦਾ ਨਹੀਂ, ਧਰਮ ਬਣਾ ਸਕੀਏ। ਗੁਰੂ ਪਿਆਰੀ ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਕੀ ਜੈ। ਜੈ ਗੁਰੂਦੇਵ। ਧੰਨਵਾਦ।